हेलो एवरीवन। मेरा नाम निष्ठा बंसल है। मैं एक फाइनल ईयर एमबीबीएस स्टूडेंट इन भोपाल चा। मैंने अपना नीट 2020 ਚ ਦਿੱਤਾ ਸੀਗਾ ਤੇ ਮੇਰੇ ਮਾਰਕਸ ਆਏ ਸੀ 683 ਵਿਦ ਅ ਰੈਂਕ ਆਫ 484। ਲਾਸਟ ਟਾਈਮ ਆਪਾਂ ਨੇ ਬਾਇਓਮੋਲੀਕੂਲਸ ਚੈਪਟਰ ਸ਼ੁਰੂ ਕੀਤਾ ਸੀ ਤੇ ਆਪਾਂ ਨੇ ਪੋਲੀਸੈਕਰਾਈਡਸ ਤੇ ਨਿਊਕਲਿਕ ਐਸਿਡਸ ਤੱਕ ਕਵਰ ਕਰ ਲਿਆ ਸੀ। ਆਪਾਂ ਨੇ ਲਾਸਟ ਲੈਕਚਰ ਚ ਸਿਰਫ ਬੇਸਿਕਸ ਆਫ ਐਨਸੀਈਆਰਟੀ ਦੇ ਉੱਤੇ ਧਿਆਨ ਦਿੱਤਾ ਸੀਗਾ। ਤਾਂ ਹੁਣ ਥੋੜਾ ਆਪਣੇ ਕਨਸੈਪਟਸ ਨੂੰ ਸਟਰੋਂਗ ਕਰਨ ਲਈ ਆਪਾਂ ਪੋਲੀਸੈਕਰਾਈਡਸ ਨੂੰ ਮਤਲਬ ਸ਼ੂਗਰਸ ਨੂੰ ਬੇਸਿਕਲੀ ਥੋੜਾ ਡਿਟੇਲਸ ਤੇ ਬੇਸਿਕ ਕਨਸੈਪਟਸ ਦੇਖਾਂਗੇ ਉਹਦੇ ਕੁਝ। ਤਾਂ ਸਭ ਤੋਂ ਪਹਿਲਾਂ ਪੋਲੀਸੈਕਰਾਈਡ ਚ ਆਪਾਂ ਕੀ ਦੇਖਣਾ ਕਿ ਉਹ ਬਣਦੇ ਕਿਸ ਤੋਂ ਨੇ। ਤੇ ਸੋ ਵੀ ਵਿਲ ਸਟਾਰਟ ਬਿਲਕੁਲ ਫਰਮ ਦੀ ਸਕ੍ਰੈਚ। ਤਾਂ ਸਭ ਤੋਂ ਪਹਿਲਾਂ ਆਏਗਾ ਮੋਨੋਸੈਕਰਾਈਡ। ਜਿਹੜੇ ਹੁੰਦੇ ਆ ਮੋਨੋਮਰਸ ਆਫ ਪੋਲੀਸੈਕਰਾਈਡ। ਜਿਹੜੇ ਮੋਨੋਸੈਕਰਾਈਡਸ ਹੁੰਦੇ ਨੇ ਉਹਨਾਂ ਦੇ ਅੰਦਰ ਕਾਰਬਨ ਆਟਮਸ ਕਿੰਨੇ ਹੁੰਦੇ ਨੇ 3 to 7 ਕਾਰਬਨ ਆਟਮਸ। ਠੀਕ ਹੈ। ਤੇ ਉਹ ਸਿੰਪਲ ਸਵੀਟ ਸੋਲੂਬਲ ਕੈਨ ਨਾਟ ਬੀ ਹਾਈਡਰੋਲਾਈਜ਼ਡ। ਇਹ ਬੇਸਿਕ ਪ੍ਰੋਪਰਟੀਜ਼ ਹੁੰਦੇ ਨੇ ਸਾਰੇ ਮੋਨੋਸੈਕਰਾਈਡਸ ਦੀਆਂ। ਹੁਣ ਮੋਨੋਸੈਕਰਾਈਡਸ ਨੂੰ ਆਪਣਾ ਦੋ ਬੇਸਿਸ ਤੇ ਉੱਤੇ ਡਿਵਾਈਡ ਕਰ ਸਕਦੇ ਹਾਂ, ਕਲਾਸੀਫਾਈ ਕਰ ਸਕਦੇ ਹਾਂ। ਫਰਸਟ ਇਜ਼ ਔਨ ਦੀ ਬੇਸਿਸ ਆਫ ਨੰਬਰ ਆਫ ਕਾਰਬਨ ਆਟਮਸ ਤੇ ਸੈਕੰਡ ਇਜ਼ ਔਨ ਦੀ ਬੇਸਿਸ ਆਫ on the basis of functional group। ਤੇ ਇਸ ਤੋਂ ਬਾਅਦ ਹੁਣ ਆਪਾਂ ਨੰਬਰ ਆਫ ਕਾਰਬਨ ਆਟਮਸ ਦੇ ਬੇਸਿਸ ਤੇ ਦੇਖਦੇ ਹਾਂ ਤੇ ਨੰਬਰ ਆਫ ਫੰਕਸ਼ਨਲ ਗਰੁੱਪ। ਇਹਨਾਂ ਨੂੰ ਆਪਾਂ ਨਾਲ ਹੀ ਕਲਾਸੀਫਾਈ ਕਰਦੇ ਹੋਏ ਦੇਖਦੇ ਹਾਂ। ਪਹਿਲਾਂ ਅਗਰ 1 ਆਟਮ ਹੋਵੇ, ਸਭ ਤੋਂ ਪਹਿਲਾਂ 3 ਆਟਮਸ ਆਬਵੀਅਸਲੀ। ਤੇ ਅਗਰ 3 ਕਾਰਬਨ ਆਟਮਸ ਹੋਣ ਤਾਂ ਉਹਨੂੰ ਟਰਾਇਓਸ ਸ਼ੂਗਰ ਬੋਲਦੇ ਨੇ। ਤੇ ਉਹਦੀ ਦੋ ਤਰ੍ਹਾਂ ਦੇ ਫੰਕਸ਼ਨਲ ਗਰੁੱਪ ਦੇ ਬੇਸਿਸ ਤੇ ਜਾਂ ਤਾਂ ਉਹ ਐਲਡੋਸ ਹੋ ਸਕਦਾ ਹੈ ਜਾਂ ਫਿਰ ਉਹ ਕੀਟੋਸ ਸ਼ੂਗਰ ਹੋ ਸਕਦਾ ਹੈ। ਹੁਣ ਐਲਡੋਸ ਸ਼ੂਗਰ ਦੇ ਅੰਦਰ ਐਗਜ਼ਾਮਪਲ ਆ ਜਾਏਗੀ PgAl ਤੇ ਕੀਟੋਸ ਦੇ ਅੰਦਰ ਆ ਜਾਏਗੀ DHA। ਫਿਰ ਉਸ ਤੋਂ ਬਾਅਦ ਆ ਜਾਂਦੇ ਟੈਟਰੋਸ ਵੀ ਹੋ ਸਕਦਾ ਹੈ, ਪੈਂਟੋਸ ਵੀ ਹੋ ਸਕਦਾ ਹੈ, ਹੈਕਸੋਸ ਵੀ ਹੋ ਸਕਦਾ ਹੈ। ਕੁਝ ਇੰਪੋਰਟੈਂਟ ਮੋਲੀਕਿਊਲਸ ਉਹਦੇ ਅੰਦਰ ਆ ਜਾਣਗੇ ਪੈਂਟੋਸ ਸ਼ੂਗਰ ਦੇ ਅੰਦਰ ਐਗਜ਼ਾਮਪਲਸ ਆ ਜਾਣਗੀਆਂ ਜਿਹੜੇ ਐਲਡੋਸ ਗਰੁੱਪ ਐਂਡ ਐਲਡੀਹਾਈਡ ਫੰਕਸ਼ਨਲ ਗਰੁੱਪ ਹੁੰਦੇ ਜਿਨ੍ਹਾਂ ਦੇ ਅੰਦਰ। ਤੇ ਉਹਦੇ ਅੰਦਰ ਆ ਜਾਏਗਾ ਰਾਈਬੋਸ ਤੇ ਆ ਜਾਏਗਾ ਡੀਆਕਸੀਰਾਈਬੋਸ। ਰਾਈਬੋਸ ਤੇ ਡੀਆਕਸੀਰਾਈਬੋਸ DNA ਤੇ RNH ਡੀਆਕਸੀਰਾਈਬੋਸ ਯੂਜ਼ ਹੋਏਗਾ। ਤੇ ਕੀਟੋਸ ਸ਼ੂਗਰ ਦੇ ਅੰਦਰ ਆਏਗਾ ਰਾਈਬੂਲੋਸ ਐਂਡ ਜ਼ਾਈਲੂਲੋਸ। ਤੇ ਉਸ ਤੋਂ ਬਾਅਦ ਆਏਗਾ ਹੈਕਸੋਸ ਦੇ ਅੰਦਰ ਆਏਗਾ ਜਿਵੇਂ ਕਿ ਗਲੂਕੋਸ, ਗੈਲੈਕਟੋਸ, ਮੈਨੋਸ। ਤੇ ਕੀਟੋਸ ਸ਼ੂਗਰ ਦੇ ਅੰਦਰ ਆਏਗਾ ਫਰਕਟੋਸ, ਗਲੂਕੋਸ, ਗੈਲੈਕਟੋਸ, ਮੈਨੋਸ ਤੇ ਉਰੇ ਆ ਜਾਏਗਾ ਫਰਕਟੋਸ। ਇਹ ਤਾਂ ਹੋ ਗਿਆ ਮੋਨੋਸੈਕਰਾਈਡਸ। ਹੁਣ ਮੋਨੋਸੈਕਰਾਈਡਸ ਦੇ ਅੰਦਰ ਕੁਝ ਹੋਰ ਸਪੈਸੀਫਿਕ ਜਾਵਾਂਗੇ ਤੇ ਜਿਹੜਾ ਗੈਲੈਕਟੋਸ ਹੈ, ਗੈਲੈਕਟੋਸ ਇਜ਼ ਆਲਸੋ ਕਾਲਡ ਬ੍ਰੇਨ ਸ਼ੂਗਰ। ਉਸ ਤੋਂ ਬਾਅਦ ਆ ਜਾਏਗਾ ਗਲੂਕੋਸ ਇਜ਼ ਆਲਸੋ ਕਾਲਡ ਡੈਕਸਟਰੋਸ ਆਲਸੋ ਕਾਲਡ। ਠੀਕ ਹੈ। ਉਸ ਤੋਂ ਬਾਅਦ ਆਂਦਾ ਕਿ ਗਲੂਕੋਜ਼ ਦੀ ਕੁਝ ਬੇਸਿਕ ਪ੍ਰੋਪਰਟੀਜ਼ ਮਤਲਬ ਜਾਂ ਫਿਰ ਬੇਸਿਕ ਇਨਫੋਰਮੇਸ਼ਨ ਗਲੂਕੋਜ਼ ਦੇ ਬਾਰੇ। ਇਟ ਇਜ਼ ਦੀ ਮੋਸਟ ਅਬੰਡੈਂਟ ਮੋਨੋਸੈਕਰਾਈਡ। ਫਿਰ ਸਰਕੂਲੇਟਿੰਗ ਸ਼ੂਗਰ ਹੁੰਦਾ ਐਨੀਮਲਸ ਮਤਲਬ ਬਲੱਡ ਸ਼ੂਗਰ ਇਹੀ ਹੁੰਦੀ ਹੈ। ਫਿਰ ਉਸ ਤੋਂ ਬਾਅਦ ਗ੍ਰੇਪ ਦੇ ਅੰਦਰ ਪਾਈ ਜਾਂਦੀ ਤਾਂ ਇਹਨੂੰ ਗ੍ਰੇਪ ਸ਼ੂਗਰ ਵੀ ਬੋਲਦੇ ਆ। ਹੁਣ ਫਰਕਟੋਸ ਦੇ ਬਾਰੇ, ਫਰਕਟੋਸ ਇਜ਼ ਆਲਸੋ ਕਾਲਡ ਲੈਵੂਲੋਸ। ਠੀਕ ਹੈ। ਤੇ ਉਸ ਤੋਂ ਇਲਾਵਾ ਹੁਣ ਕੁਝ ਫਰਕਟੋਸ ਦੇ ਬਾਰੇ, ਉਹਨੂੰ ਫਰੂਟਸ ਦੇ ਅੰਦਰ ਮਿਲਦਾ ਹੈ, ਨੈਕਟਰ ਦੇ ਅੰਦਰ ਮਿਲਦਾ ਹੈ, ਹਨੀ ਦੇ ਅੰਦਰ ਮਿਲਦਾ ਹੈ। ਫਿਰ ਹਨੀ ਸ਼ੂਗਰ ਵੀ ਬੋਲਦੇ ਇਸ ਕਰਕੇ ਇਹਨੂੰ। ਤੇ ਇਟ ਇਜ਼ ਦੀ ਸਵੀਟੈਸਟ ਨੈਚੁਰਲੀ ਅਕਰਿੰਗ ਸ਼ੂਗਰ। ਉਸ ਤੋਂ ਬਾਅਦ ਆ ਜਾਂਦੇ ਕੁਝ ਪ੍ਰੋਪਰਟੀਜ਼ ਆਫ ਮੋਨੋਸੈਕਰਾਈਡਸ ਤੇ। ਸਭ ਤੋਂ ਪਹਿਲੀ ਪ੍ਰੋਪਰਟੀ ਆਏਗੀ ਆਪਟੀਕਲ ਐਕਟੀਵਿਟੀ, ਪ੍ਰੋਪਰਟੀਜ਼ ਆਫ ਮੋਨੋਸੈਕਰਾਈਡਸ। ਠੀਕ ਹੈ। ਤੇ ਸਭ ਤੋਂ ਪਹਿਲੀ ਪ੍ਰੋਪਰਟੀ ਆ ਜਾਏਗੀ, ਇਹਨੂੰ ਆਪਾਂ A ਲਿਖ ਦਿੰਦੇ ਹਾਂ, ਮੋਨੋਸੈਕਰਾਈਡ ਨੂੰ A ਲਿਖ ਦਿੰਦੇ ਹਾਂ। ਇਹ ਪੁਆਇੰਟ 1 ਕਲਾਸੀਫਿਕੇਸ਼ਨ। ਤੇ ਸੈਕੰਡ ਆ ਜਾਏਗਾ ਪ੍ਰੋਪਰਟੀਜ਼। ਤੇ ਪ੍ਰੋਪਰਟੀਜ਼ ਦੇ ਅੰਦਰ ਸਭ ਤੋਂ ਪਹਿਲਾਂ ਆ ਜਾਏਗੀ ਆਪਟੀਕਲ ਐਕਟੀਵਿਟੀ। ਫਿਰ ਉਸ ਤੋਂ ਬਾਅਦ ਕਨਫਿਗਰੇਸ਼ਨ, ਸਟਰਕਚਰ, ਰਿਡਿਊਸਿੰਗ ਐਂਡ ਨਾਨ ਰਿਡਿਊਸਿੰਗ। ਜਿਹੜਾ ਇਹ ਸਾਰਾ ਬਾਇਓਮੋਲੀਕਿਊਲਸ ਵਾਲਾ ਚੈਪਟਰ ਹੈ ਨਾ, ਇਹਦੇ ਅੰਦਰ ਮੈਂ ਸਭ ਨੂੰ ਐਡਵਾਈਸ ਕਰੂੰਗੀ ਕਿ ਨਾਲ ਆਰਗੈਨਿਕ ਕੈਮਿਸਟਰੀ ਨਾਲ ਪੜ੍ਹੀ ਜਾਣ, ਕਿਉਂਕਿ ਦੋਨਾਂ ਦੇ ਅੰਦਰ ਬਹੁਤ ਜ਼ਿਆਦਾ ਲਿੰਕ ਹੈ।
ਕਿ ਜਿਹੜਾ ਬਾਇਓਲੋਜੀ ਦੇ ਪੁਆਇੰਟ ਆਫ View ਨਾਲ ਬਾਇਓਮੋਲੀਕੂਲਸ ਹੈ ਉਹ ਤੁਹਾਨੂੰ ਦੱਸੇਗਾ ਕਿ ਐਨੂਅਲਸ ਦੇ ਅੰਦਰ ਕਿਵੇਂ ਕਿਵੇਂ ਬਾਇਓਮੋਲੀਕੂਲਸ ਪ੍ਰੈਜ਼ੈਂਟ ਹੁੰਦੇ ਨੇ ਤੇ ਉਹਨਾਂ ਦਾ ਕੀ ਯੂਜ਼ ਹੁੰਦਾ ਹੈ, ਸਰਕੂਲੇਸ਼ਨ ਕਿਵੇਂ, ਮਤਲਬ ਸਰਕੂਲੇਟਿੰਗ ਮੋਲੀਕੂਲਸ ਕਿਹੜੇ ਹੁੰਦੇ ਨੇ, ਉਹਨਾਂ ਦਾ ਸਟਰਕਚਰ ਕਿਵੇਂ ਬਣਦਾ ਹੈ। ਤੇ ਜਿਹੜਾ ਕੈਮਿਸਟਰੀ ਹੋਏਗਾ ਉਹਦੇ ਆਰਗੈਨਿਕ ਕੈਮਿਸਟਰੀ ਅੰਦਰ ਤੁਹਾਨੂੰ ਉਹਦਾ ਡਿਟੇਲ ਸਟਰਕਚਰ ਦੱਸਿਆ ਜਾਵੇਗਾ, ਉਹਦੇ ਕੈਮੀਕਲ ਰਿਐਕਸ਼ਨ ਦੱਸਿਆ ਜਾਣਗੀਆਂ ਤੇ ਉਹਦਾ ਬ੍ਰੇਕਡਾਊਨ ਵਗੈਰਾ ਦੱਸਿਆ ਜਾਏਗਾ। ਸੋ ਇਸ ਕਰਕੇ ਦੋਨਾਂ ਨੂੰ ਨਾਲ ਨਾਲ ਪੜ੍ਹ ਕੇ ਈਜ਼ੀਲੀ ਖਤਮ ਕੀਤਾ ਜਾ ਸਕਦਾ ਤੇ ਅੱਛੀ ਤਰ੍ਹਾਂ ਸਮਝਿਆ ਵੀ ਜਾ ਸਕਦਾ ਇਨ ਡਿਟੇਲ ਚ। ਤਾਂ ਹੁਣ ਜਿਹੜੀਆਂ ਪ੍ਰੋਪਰਟੀਜ਼ ਨੇ ਸਾਰੀ ਆਰਗੈਨਿਕ ਕੈਮਿਸਟਰੀ ਦੇ ਅੰਦਰ ਐਨਸੀਈਆਰਟੀ ਦੇ ਅੰਦਰ ਡਿਟੇਲ ਅੱਛੀ ਤਰ੍ਹਾਂ ਨਾਲ ਦੱਸੀਆਂ ਹੋਈਆਂ ਨੇ, ਬਟ ਆਪਾਂ ਥੋੜਾ ਓਵਰਵਿਊ ਉਰੇ ਲਵਾਂਗੇ। ਤਾਂ ਸਭ ਤੋਂ ਪਹਿਲਾਂ ਆਏਗਾ ਆਪਟੀਕਲ ਐਕਟੀਵਿਟੀ। ਆਪਟੀਕਲ ਐਕਟੀਵਿਟੀ ਹੁੰਦਾ ਡੀ, ਸਮਾਲ ਡੀ ਤੇ ਸਮਾਲ ਐਲ। ਇਹਨੂੰ ਆਪਾਂ ਕਨਫਿਊਜ਼ ਕਾਫੀ ਵਾਰ ਕਰ ਜਾਂਦੇ ਕਨਫਿਗਰੇਸ਼ਨ ਜਿਹੜੇ ਕੈਪੀਟਲ ਡੀ ਤੇ ਕੈਪੀਟਲ ਐਲ ਹੁੰਦਾ, ਉਹਦੇ ਸਮਾਲ ਡੀ ਤੇ ਸਮਾਲ ਐਲ ਆਏਗਾ ਡੈਕਸਟਰੋਜ਼ ਤੇ ਲੈਵੋਜ਼ ਸ਼ੂਗਰ। ਬਟ ਜਿਹੜਾ ਇਹ ਵਾਲਾ ਕੈਪੀਟਲ ਡੀ ਤੇ ਕੈਪੀਟਲ ਐਲ ਹੈ ਕਨਫਿਗਰੇਸ਼ਨ ਵਾਲਾ, ਇਟ ਇਜ਼ ਔਨ ਦੀ ਬੇਸਿਸ ਆਫ ਫੰਕਸ਼ਨਲ ਗਰੁੱਪ ਦਾ O ਤੇ H ਦੀ ਕਨਫਿਗਰੇਸ਼ਨ ਕਿਵੇਂ ਪ੍ਰੈਜ਼ੈਂਟ ਹੁੰਦੀ ਹੈ। ਮਤਲਬ ਜਿਵੇਂ ਆਪਾਂ ਇਹ ਵਾਲਾ ਸਟਰਕਚਰ ਜਦੋਂ ਬਣਾਵਾਂਗੇ ਕਿ OH ਕਿਵੇਂ ਪ੍ਰੈਜ਼ੈਂਟ ਹੁੰਦਾ ਹੈ ਉਹਦੇ ਬੇਸਿਸ ਤੇ configuration it is capital D या L। फिर उस तो बाद आ जाते नंबर 3 ते स्ट्रक्चर ऑफ मोनोसैकेराइड। ਹੁਣ ਸਟਰਕਚਰ ਦੇ ਅੰਦਰ ਜਾਂ ਤਾਂ ਉਹ ਓਪਨ ਚੇਨ ਹੋਏਗਾ ਜਾਂ ਕਲੋਜ਼ ਚੇਨ ਹੋਏਗਾ। ਓਪਨ ਚੇਨ ਤੇ ਕਲੋਜ਼ ਚੇਨ ਮਤਲਬ ਰਿੰਗ ਸਟਰਕਚਰ। ਹੁਣ ਉਹਦੇ ਕੁਝ ਐਗਜ਼ਾਮਪਲਸ ਦੇਖਦੇ ਹਾਂ ਆਪਾਂ। ਓਪਨ ਚੇਨ ਦੇ ਅੰਦਰ ਜਿਵੇਂ ਕਿ ਗਲੂਕੋਜ਼ ਦਾ ਓਪਨ ਚੇਨ ਸਟਰਕਚਰ ਵੀ ਹੁੰਦਾ, ਕਲੋਜ਼ ਚੇਨ ਸਟਰਕਚਰ ਵੀ ਹੁੰਦਾ। ਓਪਨ ਚੇਨ ਸਟਰਕਚਰ ਦੇ ਅੰਦਰ ਉਹ ਐਲਫਾ ਕਨਫਿਗਰੇਸ਼ਨ ਵੀ ਦਿਖਾਉਂਦੇ ਤੇ ਬੀਟਾ ਕਨਫਿਗਰੇਸ਼ਨ ਵੀ ਦਿਖਾਉਂਦਾ। ਜਿਵੇਂ ਆਪਾਂ ਹੁਣ ਉਹਦਾ ਸਟਰਕਚਰ ਵੀ ਡਰਾ ਕਰਕੇ ਦੇਖ ਸਕਦੇ ਹਾਂ। ਤੇ ਉਹਦੇ ਇੱਕ 6th ਕਾਰਬਨ ਆ ਜਾਏਗਾ CH2OH, ਤਾਂ OH M ਤੇ ਇੱਕ ਦੂਜਾ ਆ ਜਾਏਗਾ। ਹੁਣ ਉਹਦੇ H ਉੱਪਰ ਤੇ OH ਨੀਚੇ। This is beta glucose, beta D glucose. This is alpha D glucose. These both are ring structures of glucose. ਫਿਰ ਉਸ ਤੋਂ ਬਾਅਦ ਆ ਜਾਂਦਾ ਕਿ ਜਿਹੜਾ ਆਪਣਾ ਫੰਕਸ਼ਨਲ ਕਾਰਬਨ ਹੁੰਦਾ ਜਾਂ ਫਿਰ ਐਨੋਮੈਰਿਕ ਕਾਰਬਨ ਹੁੰਦਾ, ਤਾਂ ਉਹਨੂੰ ਆਪਾਂ ਨੰਬਰਿੰਗ ਕਰਦੇ, ਫਰਸਟ ਨੰਬਰ ਉਹਨੂੰ ਦਿੰਦੇ ਹਾਂ ਕਿ ਹੁਣ ਜਿਹੜਾ ਇਸ ਪੁਆਇੰਟ ਤੇ ਫੰਕਸ਼ਨਲ ਕਾਰਬਨ ਇਹ ਹੈ ਤੇ ਜਦੋਂ ਵੀ ਆਪਾਂ ਇਹਨਾਂ ਦੀ ਨੰਬਰਿੰਗ ਕਰਦੇ ਹਾਂ ਤਾਂ ਫਰਸਟ ਨੰਬਰ ਇਹਨੂੰ ਮਿਲੇਗਾ। ਤੇ ਸਾਰੀ ਚੀਜ਼ਾਂ ਇਨ ਡਿਟੇਲ ਆਰਗੈਨਿਕ ਕੈਮਿਸਟਰੀ ਚ ਦਿੱਤੀਆਂ ਹੋਈਆਂ ਨੇ, ਤਾਂ ਉੱਥੇ ਪੜ੍ਹਨਾ ਬਹੁਤ ਇੰਪੋਰਟੈਂਟ ਹੈ। ਫਿਰ 4th ਪੁਆਇੰਟ ਆ ਜਾਏਗਾ ਇਹਦਾ ਰਿਡਿਊਸਿੰਗ ਤੇ ਨॉन ਰਿਡਿਊਸਿੰਗ ਨੇਚਰ, whether it is reducing or not, या फिर नॉन रिड्यूसिंग शुगर। ठीक है, ਇਹ ਕਿਸ ਬੇਸਿਸ ਤੇ ਹੁੰਦਾ ਕਿ ਐਂਡ ਤੇ ਜਿਹੜੇ ਵੀ ਮੋਨੋਸੈਕਰਾਈਡ ਦੀ ਚੇਨ ਹੈ ਜਾਂ ਫਿਰ ਜਿਹੜੇ ਵੀ ਕਾਰਬਨ ਚੇਨ ਹੁੰਦੀ ਹੈ ਸ਼ੂਗਰ ਦੇ ਅੰਦਰ, ਉਹਦੇ ਐਂਡ ਤੇ ਜਾਂ ਤੇ ਇੱਕ ਸਾਈਡ ਤੇ H ਹੋਏਗਾ ਤੇ ਜਾਂ ਫਿਰ ਇੱਕ ਸਾਈਡ ਤੇ OH ਹੋਏਗਾ। ਜਿਹੜਾ ਰਾਈਟ ਐਂਡ ਹੁੰਦਾ ਉਹ ਮੋਸਟਲੀ ਹਮੇਸ਼ਾ ਰਿਡਿਊਸਿੰਗ ਹੁੰਦਾ ਤੇ ਰਾਈਟ ਐਂਡ ਤੇ ਫੰਕਸ਼ਨਲ ਗਰੁੱਪ ਹੁੰਦਾ ਤੇ ਦਿਸ ਇਜ਼ ਰਿਡਿਊਸਿੰਗ ਐਂਡ, ਤੇ ਲੈਫਟ ਐਂਡ ਤੇ ਹਾਈਡਰੋਜਨ ਹੋਏਗਾ, ਦਿਸ ਇਜ਼ ਨॉन ਰਿਡਿਊਸਿੰਗ ਐਂਡ। ਮਤਲਬ ਉਹਦੇ ਕੋਈ ਵੀ ਫੰਕਸ਼ਨਲ ਗਰੁੱਪ ਨਹੀਂ ਹੈ, ਉਹਦੇ ਰਿਐਕਸ਼ਨ ਨਹੀਂ ਦਿਖਾਏਗਾ ਰਿਡਿਊਸਿੰਗ ਸ਼ੂਗਰ ਵਾਲੀ। ਰਿਡਿਊਸਿੰਗ ਕਿਵੇਂ ਆਪਾਂ ਦੱਸਦੇ ਹਾਂ, ਜਿਵੇਂ ਕਿ ਫॉर ਐਗਜ਼ਾਮਪਲ ਇੱਕ ਟੈਸਟ ਹੁੰਦਾ ਫੈਲਿੰਗਸ ਟੈਸਟ। ਫੈਲਿੰਗਸ ਟੈਸਟ ਇਹ ਯੂਜ਼ ਹੁੰਦਾ ਟੂ ਚੈੱਕ ਫॉर द प्रेजेंस ऑफ रिड्यूसिंग और नॉन रिड्यूसिंग नेचर ऑफ द शुगर। ਤਾਂ ਇਹ ਫੈਲਿੰਗਸ ਟੈਸਟ ਬੇਸਿਕਲੀ ਯੂਜ਼ ਹੁੰਦਾ ਗਲੂਕੋਜ਼ ਟੂ ਚੈੱਕ ਫॉर प्रेजेंस ऑफ ग्लूकोज इन द यूरिन। ਤਾਂ ਉਹਦੇ ਜਿਹੜਾ ਗਲੂਕੋਜ਼ ਹੁੰਦਾ ਉਹ ਕਾਪਰ, ਜਦੋਂ ਆਪਾਂ ਰੀਏਜੈਂਟ ਅਸ ਕਾਪਰ ਐਡ ਕਰਾਂਗੇ ਉਹ ਸੋਲਿਊਸ਼ਨ ਦੇ ਅੰਦਰ, ਤਾਂ ਕਾਪਰ 2 ਪੋਜ਼ਿਟਿਵ ਨੂੰ ਰਿਡਿਊਸ ਕਰਕੇ ਬਣਾ ਦੇਗਾ 1 ਪੋਜ਼ਿਟਿਵ ਤੇ ਖੁਦ ਆਕਸੀਡਾਈਜ਼ ਹੋ ਜਾਏਗਾ। ਤਾਂ ਬੇਸਿਕਲੀ ਇਹ ਰਿਡਿਊਸਿੰਗ ਐਂਡ ਹੈ। ਜਿਹੜਾ ਵੀ ਕੈਟਲਿਸਟ ਹੈ, ਜਿਹੜਾ ਵੀ ਦੂਜਾ ਮੋਲੀਕਿਊਲ ਰਹੇਗਾ, ਕੈਟਲਿਸਟ ਤਾਂ ਨਹੀਂ ਬੋਲਣਾ ਚਾਹੀਦਾ, ਤੇ ਜਿਹੜਾ ਵੀ ਦੂਜਾ ਮੋਲੀਕਿਊਲ ਰਹੇਗਾ ਉਹਨੂੰ ਰਿਡਿਊਸ ਕਰ ਦੇਗਾ ਤੇ ਖੁਦ ਆਕਸੀਡਾਈਜ਼ ਹੋ ਜਾਏਗਾ। ਜਿਹੜੇ ਹੁਣ ਸਾਰੇ ਮੋਨੋਸੈਕਰਾਈਡਸ ਹੁੰਦੇ ਨੇ ਸਾਰੇ ਰਿਡਿਊਸਿੰਗ ਹੁੰਦੇ ਨੇ, ਬਿਕੋਜ਼ ਸਭ ਕੋਲ ਇੱਕ ਫ੍ਰੀ ਐਂਡ ਹੁੰਦਾ, ਫ੍ਰੀ ਫੰਕਸ਼ਨਲ ਗਰੁੱਪ ਐਂਡ ਹੁੰਦਾ। ਜਿਹੜੇ ਓਲੀਗੋਸੈਕਰਾਈਡਸ ਆ, ਓਲੀਗੋਸੈਕਰਾਈਡਸ ਮਤਲਬ ਦੋ ਉਹ ਮੋਨੋਮਰਸ ਨੂੰ ਕੰਬਾਈਨ ਕਰਕੇ ਬਣੇ ਨੇ, ਤਾਂ ਹੁਣ ਡਿਪੈਂਡ ਕਰਦਾ ਉਹਨਾਂ ਦਾ ਐਂਡ ਰਿਡਿਊਸਿੰਗ ਵੀ ਹੋ ਸਕਦਾ, ਨॉन ਰਿਡਿਊਸਿੰਗ ਵੀ ਹੋ ਸਕਦਾ। ਉਹ ਹੁਣ ਮੈਂ ਐਕਸਪਲੇਨ ਕਰਾਂਗੀ ਫਰਦਰ। ਤੇ ਜਿਹੜੇ ਪੋਲੀਮਰਸ ਪੋਲੀਸੈਕਰਾਈਡਸ ਹੁੰਦੇ ਨੇ ਉਹ ਸਾਰੇ ਨॉन ਰਿਡਿਊਸਿੰਗ ਹੁੰਦੇ ਨੇ।
ਇਹਨਾਂ ਦੇ oligosaccharides oligosaccharides ਕਿਵੇਂ ਬਣਦੇ ਨੇ ਜਦੋਂ 8 ਤੋਂ 10 monosaccharides units join together ਤਾਂ ਹੁਣ B ਆ ਜਾਏਗਾ oligosaccharides when 8 to 10 monosaccharides join together या combine together ठीक है और ਤੇ ਇਹਨਾਂ ਦੇ ਵਿੱਚ ਬੌਂਡ ਕਿਹੜਾ ਪ੍ਰੈਜ਼ੈਂਟ ਹੁੰਦਾ glycosidic bond glycosidic bond ठीक है ਹੁਣ ਇਹ ਬਣਦਾ ਹੁੰਦਾ ਐਲਡੀਹਾਈਡ ਤੇ ਕੀਟੋਸ group of one monosaccharide and hydroxy group of another organic compound मतलब glycosidic bond ਦੀ जनरल डेफिनेशन की बोलेंगे कि कोई भी एल्डिहाइड या फिर कीटोन ऑफ वन ते दूजा और रिएक्ट होएगा किहदे नाल हाइड्रोक्सी ग्रुप ऑफ अदर ऑर्गेनिक कंपाउंड ये हुंदा ग्लाइकोसिडिक बॉन्ड हुन ओलिगोसैकेराइड के कुछ एग्जांपल्स पहले ओलिगोसैकेराइड ਦਾ ਨਾਮ ਲਿਖਾਂਗੇ ਆਪਾਂ ਫਿਰ ਉਸ ਤੋਂ ਬਾਅਦ ਡਾਇਰੈਕਸ਼ਨ ਆਫ ਬੌਂਡ ਲਿਖਾਂਗੇ ਡਾਇਰੈਕਸ਼ਨ ਆਫ ਬੌਂਡ ਮਤਲਬ ਜਦੋਂ ਆਪਾਂ ਕਾਰਬਨਸ ਦੀ ਨੰਬਰਿੰਗ ਕਰਦੇ ਆ ਕਿਹੜੇ ਕਿਹੜੇ ਕਾਰਬਨਸ ਆਪਸ ਚ ਰਿਐਕਟ ਕਰੇ ਨੰਬਰ 1 ਵਾਲਾ ਤੇ ਨੰਬਰ 4 ਵਾਲਾ ਜਾਂ ਫਿਰ 1 ਜਾਂ 2 ਵਾਲਾ ਫਿਰ ਉਸ ਤੋਂ ਬਾਅਦ ਰਿਡਿਊਸਿੰਗ ਤੇ ਨਾਨ ਰਿਡਿਊਸਿੰਗ ਨੇਚਰ ਆਫ ਦੀ ਕਾਰਬਨ ਜਾਂ ਫਿਰ ਉਸ ਤੋਂ ਬਾਅਦ ਆਫ ਦੀ ਸ਼ੂਗਰ ਫਿਰ ਉਸ ਤੋਂ ਬਾਅਦ ਜਾਂ ਫਿਰ ਕੁਝ ਉਹਦੇ ਹੋਰ ਕੋਈ ਪ੍ਰੋਪਰਟੀਜ਼ ਜਾਂ ਕੁਝ ਸਪੈਸ਼ਲ ਨੇਮਸ ਅਦਰਸ फिर सबसे पहला आ जाते हैं बेसिक शुगर जिवें कि लैक्टोज फिर लैक्टोज दी डायरेक्शन ऑफ बॉन्ड की हुंदी है 1 to 4 ਤੇ ਇਸ ਦੇ ਨਾਲ ਨਾਲ ਆਪਾਂ ਪੜਾਂਗੇ ਕਿ ਇਹਨਾਂ ਦੇ ਅੰਦਰ ਉਹਦੇ ਮੋਨੋਮਰਸ ਕੀ ਹੁੰਦੇ ਨੇ ਲੈਕਟੋਜ਼ ਦੇ ਅੰਦਰ ਕੀ ਪ੍ਰੈਜ਼ੈਂਟ ਹੁੰਦਾ ਇਹ ਹੁੰਦਾ ਰਿਡਿਊਸਿੰਗ ਸ਼ੂਗਰ ਕਿਉਂਕਿ 1 to 4 ਹੈ ਜਿਹੜਾ 4 ਨੰਬਰ ਕਾਰਬਨ ਹੈ ਹੁਣ ਉਹਦੇ ਉੱਤੇ ਫੰਕਸ਼ਨਲ ਗਰੁੱਪ ਹੈਗਾ OH ਬਟ ਜਿਹੜਾ ਉਹਦਾ मेन कार्बन है स्ट्रक्चर दा वो तो नहीं रिएक्ट करे जेड़ा नंबर 1 है तो मतलब नंबर 1 कार्बन ते एक रिड्यूसिंग एंड प्रेजेंट है तो इस करके आप वो शुगर ने बोलेंगे रिड्यूसिंग ओलिगोसैकेराइड नो लैक्टोज नो तो इनु मिल्क शुगर भी बोलदे ते इहदे अंदर गैलेक्टोज ते ग्लूकोज नाल बनदा ग्लूकोज फिर आप लिख देने मोनोमर्स केड़े-केड़े ने ओदे अंदर फिर उस तो बाद आंदा है माल्टोज माल्टोज के अंदर भी 1,4 है ये भी रिड्यूसिंग है ते दे अंदर ग्लूकोज प्लस ग्लूकोज हुंदा फिर उसके बाद आएगा सुक्रोज सुक्रोज के अंदर 1 to 2 डायरेक्शन की बॉन्ड हुंदी है ते नॉन रिड्यूसिंग है ते इन्हें इनवर्ट शुगर कमर्शियल शुगर वगैरह भी बोलते हैं ते इहदे अंदर मोनोमर्स हुंदे ग्लूकोज प्लस फ्रक्टोज ठीक है उस तो बाद आएगा ਹੁਣ ਆਪਾਂ ਜਿਹੜਾ ਸੁਕਰੋਸ ਹੈ ਸੁਕਰੋਸ ਨੇ ਇਨਵਰਟ ਸ਼ੂਗਰ ਵੀ ਬੋਲਦੇ ਕਿਉਂਕਿ ਉਹਦੀ ਆਪਟੀਕਲ ਐਕਟੀਵਿਟੀ ਚੇਂਜ ਹੋ ਜਾਂਦੀ ਹੈ ਇਨ ਸੋਲੂਸ਼ਨ ਫਾਰਮ ਇਹ ਸਾਰਾ ਡਿਟੇਲ ਚ ਆਰਗੈਨਿਕ ਕੈਮਿਸਟਰੀ ਚ ਦੱਸਦੇ ਆ ਕਿ ਉਹ ਡੈਕਸਟਰੋ ਸ਼ੂਗਰ ਤੋਂ ਲੇਵਰ ਸ਼ੂਗਰ ਕਿਵੇਂ ਬਣ ਜਾਂਦਾ ਹੈ ਤੇ ਉਹਨਾਂ ਦੀ ਆਪਟੀਕਲ ਐਕਟੀਵਿਟੀ ਚ ਕਿੰਨਾ ਚੇਂਜ ਆਉਂਦਾ ਹੈ ਕਿੰਨੀ ਡਿਗਰੀ ਨਾਲ ਚੇਂਜ ਆਉਂਦਾ ਹੈ ਤੇ ਉਹਨੂੰ ਇਸ ਪੂਰੇ ਫੀਨੋਮੀਨਾ ਨੂੰ ਮਿਊਟਾ ਰੋਟੇਸ਼ਨ ਬੋਲਦੇ ਨੇ also called invert sugar due to rotation muta rotation इस तो बाद आएगा पॉलीसैकेराइड्स फिर हम अपना लास्ट आएगा पॉलीसैकेराइड्स पॉलीसैकेराइड्स ਇਹਨਾਂ ਦੀ ਬੇਸਿਕ ਫੀਚਰਸ ਕੀ ਨੇ ਕੰਪਲੈਕਸ ਹੁੰਦੇ ਨੇ ਟੇਸਟਲੈਸ ਹੁੰਦੇ ਨੇ ਤੇ ਮੋਰ ਦੈਨ 10 ਮੋਨੋਸੈਕਰਾਈਡ ਯੂਨਿਟਸ ਹੁੰਦੇ ਨੇ ਹੁਣ ਉਸ ਤੋਂ ਬਾਅਦ ਇਹਨਾਂ ਨੂੰ ਕਿਵੇਂ ਕਲਾਸੀਫਾਈ ਕਰਦੇ these are classified on the basis of their repeating units ਤਾਂ on the basis of repeating units ਹੁਣ ਰਿਪੀਟਿੰਗ ਯੂਨਿਟਸ ਜਾਂ ਤਾਂ ਸੇਮ ਹੋ ਸਕਦੇ ਨੇ ਜਾਂ ਡਿਫਰੈਂਟ ਹੋ ਸਕਦੇ ਨੇ ਤਾਂ ਉਸ ਦੇ ਬੇਸਿਸ ਤੇ ਜਾਂ ਤਾਂ ਇਹ ਹੋਮ ਪੋਲੀਮਰਸ ਹੋਣਗੇ ਜਾਂ ਹੈਟਰੋਪੋਲੀਮਰਸ ਹੋਣਗੇ ਫਿਰ ਉਸ ਤੋਂ ਬਾਅਦ ਆ ਜਾਂਦੇ ਨੇ ਹੋਮੋਪੋਲੀਮਰਸ ਦੇ ਐਗਜ਼ਾਮਪਲਸ ਆਪਾਂ ਪਹਿਲਾਂ होमोपॉलीमर्स आ जाएगा जिमें सेल्यूलोज स्टार्च
ठीक है। ਤੇ ਹੈਟਰੋ ਦੇ ਅੰਦਰ ਆ ਜਾਏਗਾ ਹੈਮੀਸੈਲੂਲੋਜ਼ या फिर हाइलुरोनिक एसिड या पेक्टिन या कॉन्ड्रोइटिन, ये सारे हेट्रोपॉलीमर्स हैं। की दसा सीगा हेमीसेलुलोज, हाइलुरोनिक एसिड, ठीक है। ਹੁਣ ਆਪਾਂ ਕੁਝ ਪੋਲੀਸੈਕਰਾइड्स ਨੂੰ ਡਿਟੇਲਸ ਦੇਖਦੇ ਹਾਂ ਕਿ ਉਹਨਾਂ ਦੇ ਅੰਦਰ ਮੋਨੋਮਰਸ ਕੀ ਨੇ ਤੇ ਉਹਨਾਂ ਦੀ ਕੈਰੈਕਟਰਿਸਟਿਕਸ ਕੀ ਨੇ। ਠੀਕ ਹੈ, ਤਾਂ ਪੋਲੀਸੈਕਰਾइड ਦਾ ਨੇਮ, ਉਹਨਾਂ ਦੇ ਮੋਨੋਮਰਸ ਤੇ ਉਹਨਾਂ ਦੀ ਕੈਰੈਕਟਰਿਸਟਿਕਸ। ਤਾਂ ਸਭ ਤੋਂ ਪਹਿਲਾਂ ਆਏਗਾ ਸਟਾਰਚ। ਸਟਾਰਚ ਦੇ ਅੰਦਰ ਕੀ ਹੁੰਦਾ? ਐਲਫਾ ਡੀ ਗਲੂਕੋਸ। ਇਹਦੀ ਕੈਰੈਕਟਰਿਸਟਿਕ ਕੀ ਹੈ ਕਿ ਇਹ ਲੌਂਗ ਅਨਬ੍ਰਾਂਚਡ ਹੁੰਦਾ, ਸਟ੍ਰੇਟ ਹੁੰਦਾ ਤੇ ਇਹ ਬਲੂ ਬਲੈਕ ਇਨ ਕਲਰ ਹੋ ਜਾਂਦਾ ਹੈ ਵਿਦ ਆਇਓਡੀਨ। ਇਹ ਬਹੁਤ ਇੰਪੋਰਟੈਂਟ ਹੈ, ਬਲੂ ਬਲੈਕ, ਟਰਨ ਬਲੂ ਬਲੈਕ ਵਿਦ ਆਇਓਡੀਨ। ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਇਹਦਾ ਜੋ ਸਟਰਕਚਰ ਹੈ, ਇਹ ਦੋ ਸਟਰਕਚਰਸ ਪ੍ਰੈਜ਼ੈਂਟ ਹੁੰਦਾ ਹੈ, ਜਾਂ ਤਾਂ ਅਮਾਈਲੋਸ ਜਾਂ ਫਿਰ ਅਮਾਈਲੋਪੈਕਟਿਨ। फिर उस तो बाद आ जाता ग्लाइकोजन। ग्लाइकोजन ਹੁੰਦਾ अल्फा डी ग्लूकोज ग्लाइकोजन भी, बट ये हाईली ब्रांच्ड ਹੁੰਦਾ ਤੇ it turns red color with iodine, red color with iodine। फिर उस तो बाद आ जाता इन्युलिन। इन्युलिन इंपॉर्टेंट है, ये एनटीए ने अपने पेपर्स पूछा है, एनटीए ਦੇ ਮੌਕ ਟੈਸਟ ਦੇ ਅੰਦਰ, ਕਿ ਬੀਟਾ ਡੀ ਫਰਕਟੋਜ਼ ਇਹਦਾ ਮੋਨੋਮਰ ਹੈ। ਹੁਣ ਇਹ ਹੈ ਕਿ ਸਮੋਲੈਸਟ ਪੋਲੀਸੈਕਰਾਈਡ ਹੈ ਤੇ ਜੀਐਫਆਰ ਟੈਸਟ ਕਰਨ ਦੇ ਅੰਦਰ ਵੀ ਯੂਜ਼ ਹੁੰਦਾ, ਕਿਉਂਕਿ ਇਨੁਲਿਨ ਜਿਹੜਾ ਹੈ ਉਹ ਬੋਡੀ ਦੇ ਅੰਦਰ ਮੈਟਾਬੋਲਾਈਜ਼ ਨਹੀਂ ਹੁੰਦਾ। ਉਹਨੂੰ ਜਦੋਂ ਕਿਸੇ ਵੀ ਪੇਸ਼ੈਂਟ ਨੂੰ ਇਨੁਲਿਨ ਦਿੰਦੇ ਆ ਤਾਂ ਐਜ਼ ਇਟ ਇਜ਼ ਯੂਰਿਨ ਦੇ ਥਰੂ ਐਕਸਕ੍ਰੀਟ ਹੋ ਜਾਂਦਾ ਹੈ। तो फिर वो देखते भी कितने टाइम कितना इन्युलिन बाहर आया, तो ਉਹਦੀ ਵਜ੍ਹਾ से जीएफआर कैलकुलेशन हो सकती है, ਉਹਦੀ जीएफआर कैलकुलेशन ਲਈ यूज हो सकता है। ठीक है, फिर आ सकता है सेलुलोज आ जाएगा। ठीक है, सेलुलोज भी बीटा डी ग्लूकोज ਨਾਲ ਬਣਦਾ ਤੇ ਇਹਦਾ ਸਪੈਸਿਫਿਕ ਕੀ ਹੈ ਕਿ ਇਹ ਮੋਸਟ ਅਬੰਡੈਂਟ ਬਾਇਓਮੋਲੀਕਿਊਲ ਹੈ ਜਿਹੜਾ ਪ੍ਰੈਜ਼ੈਂਟ ਹੈ ਤੇ ਪਲਾਂਟ ਸੈਲ ਵਾਲ ਦੇ ਅੰਦਰ ਪ੍ਰੈਜ਼ੈਂਟ ਹੁੰਦਾ ਹੈ। ਪਲਾਂਟ ਸੈਲ ਵਾਲ। ਹੁਣ ਆਪਾਂ ਅੱਗੇ ਚੱਲਦੇ ਹਾਂ, ਅੱਗੇ ਆਪਾਂ ਚੱਲਦੇ ਹਾਂ ਪ੍ਰੋਟੀਨਸ ਤੇ। ਹੁਣ ਜਿਹੜਾ ਸਟਰਕਚਰ ਆਪਾਂ ਨੂੰ ਉੱਪਰ ਪ੍ਰੋਟੀਨਸ ਦਾ ਪੜਿਆ ਸੀਗਾ ਕਿ ਉਹ ਮੋਨੋਮਰਸ ਉਹਦੇ ਹੁੰਦੇ ਆ ਅਮੀਨੋ ਐਸਿਡਸ, ਤੇ ਅਮੀਨੋ ਐਸਿਡਸ ਨੂੰ ਨਾਲ ਕੰਬਾਈਨ ਕਰਕੇ ਉਹਨਾਂ ਦੇ ਵਿੱਚ ਬੌਂਡ ਬਣਦਾ ਤਾਂ ਉਹਦੇ ਕਰਕੇ ਬਣਦੇ ਆ ਪ੍ਰੋਟੀਨ ਦਾ ਸਟਰਕਚਰ। ਹੁਣ ਜਿਹੜਾ ਪ੍ਰੋਟੀਨ ਦਾ ਸਟਰਕਚਰ ਉਹ 3 ਲੈਵਲਸ ਤੇ ਹੁੰਦਾ, ਪ੍ਰਾਇਮਰੀ, ਸੈਕੰਡਰੀ ਤੇ ਟਰਸ਼ਰੀ। ਤਾਂ ਹੁਣ ਆਪਾਂ ਉਹਨੂੰ ਦੇਖਦੇ ਹਾਂ। जो structure of protein, as mentioned earlier, they are heteropolymers and they may containing strings of amino acids। ਹੁਣ ਜਿਹੜਾ structure of molecule means different things in different context। inorganic chemistry ਦੇ ਅੰਦਰ ਆਪਾਂ formula ਦੇ basis ਤੇ ਦੱਸਦੇ ਹਾਂ, organic chemistry ਦੇ ਅੰਦਰ ਆਪਾਂ 2-dimensional structure ਲਿਖਦੇ ਹਾਂ। ਠੀਕ ਹੈ, ਫਿਰ ਬਾਅਦ ਚ meanwhile representing the structure of the molecule। ਜਿਹੜਾ physicist ਹੈ they conquer up 3-dimensional views। ठीक है, दिस इज जनरल आउटलुक ऑफ द स्ट्रक्चर ऑफ प्रोटीन की। स्ट्रक्चर का मतलब की है, इनऑर्गेनिक्स 1D होएगा, ऑर्गेनिक्स ਆਪਾਂ 2D रिप्रेजेंट करते हैं, फिजिसिस्ट 3D स्ट्रक्चर देखते हैं। उसके बाद सीक्वेंस ऑफ अमीनो एसिड, उन्हें आ जाएगा इंपॉर्टेंट डेफिनेशन। द सीक्वेंस ऑफ अमीनो एसिड दैट इज द पोजिशनल इंफॉर्मेशन इन अ प्रोटीन, which is the first amino acid, which is the second and so on, is called the primary structure। ठीक है, कि मतलब फर्स्ट अमीनो एसिड केड़ा है, ग्लाइसिन है या फिर एलानिन है या फिर ट्रिप्टोफैन है या कुछ भी, मतलब फर्स्ट सेकंड थर्ड अमीनो एसिड्स केड़े केड़े हैं ਉਹਨਾਂ ਦਾ ਬਸ ਸਿੰਪਲ ਅਰੇਂਜਮੈਂਟ ਨੂੰ ਬੋਲਦੇ ਆਪਾਂ ਪ੍ਰਾਇਮਰੀ ਸਟਰਕਚਰ। ਤਾਂ ਪ੍ਰੋਟੀਨ ਕੈਨ ਬੀ ਇਮੈਜਿਨਡ ਐਜ਼ ਅ ਲਾਈਨ ਵਿਦ ਦ ਲੈਫਟ ਐਂਡ ਰਿਪਰੈਜ਼ੈਂਟਡ ਬਾਈ ਦੀ, ਹੁਣ ਇਹ ਦੇਖੋ ਇੰਪੋਰਟੈਂਟ ਹੈ, ਲੈਫਟ ਐਂਡ ਤੇ ਕਿਹੜਾ ਹੁੰਦਾ ਫਰਸਟ ਅਮੀਨੋ ਐਸਿਡ ਤੇ ਰਾਈਟ ਐਂਡ ਰਿਪਰੈਜ਼ੈਂਟ ਕਰੇਗਾ ਲਾਸਟ ਅਮੀਨੋ ਐਸਿਡ। Last amino acid. The first amino acid is called the N-terminal amino acid. Here, first amino acid is
also called the N-terminal amino acid, while the last amino acid is called the C-terminal amino acid. ठीक है, उसके बाद a protein state does not exist throughout as extended rigid rod. ये तो अब है ही कि एक रिजिड रॉड दी फॉर्म्स थोड़ी एक्सिस्ट करते हैं, वरना मैक्रोमोलिक्यूल्स कैसे बनेंगे, फिर सेल का स्ट्रक्चर कैसे बनेगा. तो द थ्रेड इज फोल्डेड इनटू अ form called in the form of helix. They are similar like a revolving stair. Of course, some of the portion of the protein thread are arranged in the form of a helix. In protein, only right-handed helix are observed. Helices. In protein, only right-handed helices are observed. और ये लाइन के important है क्योंकि जब DNA का स्ट्रक्चर देखते हैं वो भी एक हेलिकल फॉर्मेशन ਹੁੰਦਾ है, ਉਹਦੀ भी और ओरिएंट मतलब स्ट्रक्चर ਜਿਹੜਾ ਹੁੰਦਾ ओरिएंटेशन ਜਿਹੜੀ ਹੁੰਦੀ ਉਹ ਵੀ ਹੈਲਿਸਿਸ ਦੇ ਫਾਰਮ ਤੇ ਹੁੰਦੀ ਹੈ, ਬਟ ਉਹ ਲੈਫਟ ਹੈਂਡਡਲੀ ਕਰਵ ਵੀ ਹੋ ਸਕਦੀ ਹੈ, ਰਾਈਟ ਹੈਂਡਡਲੀ ਕਰਵ ਵੀ ਹੁੰਦੇ ਡੀਐਨਏ ਮੋਲੀਕੂਲਸ ਦੇ ਵੇਰੀਅਸ ਅਲੱਗ-ਅਲੱਗ ਸਪੀਸੀਜ਼ ਚ ਅਲੱਗ-ਅਲੱਗ ਆਰਗੈਨਿਜ਼ਮ ਚ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ, ਬਟ ਜਿਹੜੇ ਪ੍ਰੋਟੀਨਸ ਹੈ ਇਟ ਇਜ਼ ਓਨਲੀ ਐਂਡ ਓਨਲੀ ਰਾਈਟ handed helices are observed. Other regions of the protein are folded into other forms. Other regions are folded into other forms called secondary structures. ठीक है, फिर उसके बाद in addition the long protein chain is also folded upon itself like a hollow woolen ball which gives rise to the tertiary structure. मतलब पहला प्राइमरी स्ट्रक्चर की हो गया ਜਿਹੜੇ ਪੋਲੀਪੈਪਟਾਈਡ ਚੇਨ ਨੂੰ ਆਪਾਂ ਪ੍ਰਾਇਮਰੀ ਸਟਰਕਚਰ ਬੋਲ ਦਿੰਦੇ ਆ ਕਿ ਉਹ ਕਿਵੇਂ ਪ੍ਰੈਜ਼ੈਂਟ ਹੈ, ਫਰਸਟ ਅਮੀਨੋ ਐਸਿਡ, ਸੈਕੰਡ, ਥਰਡ ਐਮਐਸ ਐਂਡ ਸੋ ਔਨ. ਫਿਰ ਉਸ ਤੋਂ ਬਾਅਦ ਉਹਦੀ ਫੋਲਡਿੰਗ ਹੁੰਦੀ ਹੈ ਤੇ ਰੋਟੇਸ਼ਨ ਹੁੰਦੀ ਹੈ ਤੇ ਅਲੱਗ-ਅਲੱਗ ਕਨਫਿਗਰੇਸ਼ਨਸ ਪ੍ਰੈਜ਼ੈਂਟ ਹੁੰਦਾ ਹੈ, ਜਾਂ ਤੇ ਕੋਈ ਐਲਫਾ ਹੈਲਿਕਸ ਬਣਾ ਸਕਦੇ ਜਾਂ ਫਿਰ ਉਹ ਬੀਟਾ ਪਲੇਟਡ ਸ਼ੀਟਸ ਬਣਾ ਸਕਦੇ. ਬੀਟਾ ਪਲੇਟਡ ਸ਼ੀਟਸ ਦਾ ਮਤਲਬ ਕਿ ਆਪਾਂ ਦੇਖ ਸਕਦੇ ਕਿ ਇੱਕ ਸ਼ੀਟ ਆ ਰਹੀ ਤੇ ਇੱਕ ਸ਼ੀਟ ਆ ਰਹੀ ਤੇ ਉਹ ਆਪਸ ਚ ਮੋਲੀਕੂਲਸ ਦੇ ਥਰੂ ਬੌਂਡ ਬਣਾਇਆ ਹੋਇਆ ਉਹਨਾਂ ਨੇ, ਤੇ ਦੈਟ ਇਜ਼ ਬੀਟਾ ਪਲੇਟਡ ਸਟਰਕਚਰ. ਹੁਣ ਉਸ ਤੋਂ ਬਾਅਦ ਜਿਹੜੇ ਹੈਲਿਸਿਸ ਬਣ ਗਏ ਜਾਂ ਫਿਰ ਬੀਟਾ ਪਲੇਟਸ ਬਣ ਗਿਆ, ਦੇ ਅਗੇਨ fold upon themselves and they form tertiary structures. ਉਰੇ ਤੱਕ ਠੀਕ ਹੈ. ਉਸ ਤੋਂ ਬਾਅਦ ਫਿਰ ਆਏਗਾ quaternary structure. ਉਹਦਾ ਮਤਲਬ ਮੈਂ ਦੱਸਦੀ ਹਾਂ. ਉਹਦਾ ਅੰਦਰ ਹੁੰਦਾ ਕਿ ਵੇਰੀਅਸ ਚੇਨਸ ਆਫ ਪ੍ਰੋਟੀਨਸ ਉਹ ਜਾ ਕੇ ਇੱਕ ਕਨਫਿਗਰੇਸ਼ਨ ਚ ਅਰੇਂਜ ਹੁੰਦੀਆਂ ਨੇ. ਇਹਦੀ ਮੋਸਟ ਬੇਸਿਕ ਐਗਜ਼ਾਮਪਲ ਹੋ ਜਾਏਗੀ ਹੀਮੋਗਲੋਬਿਨ. ਹੁਣ ਸੈਕੰਡਰੀ ਸਟਰਕਚਰ ਹੋ ਗਿਆ ਕਿ ਸੈਕੰਡਰੀ ਸਟਰਕਚਰ ਦੇ ਅੰਦਰ ਦੇ ਫਾਰਮ ਚ ਆ ਜਾਂਦੀ ਹੈ, ਜਾਂ ਤਾਂ ਐਲਫਾ ਹੈਲਿਕਸ ਹੋਏਗਾ ਜਾਂ ਫਿਰ ਬੀਟਾ ਪਲੇਟਡ ਹੋਏਗਾ. ਹੁਣ the long protein chain also fold upon itself like a hollow woolen ball, giving rise to a tertiary structure. ठीक है, फिर tertiary structure ਜਿਹੜਾ ਹੁੰਦਾ 3-dimensional view ਦੇਗਾ. The tertiary structure is absolutely necessary for many biological activities of the protein. ਹੁਣ ਇਹ 3-dimensional view ਦੇਗਾ, ਮਤਲਬ ਇਹਦੇ ਅੰਦਰ ਕੁਝ ਸਪੇਸਿਸ ਜਾਂ ਪਾਕਟਸ ਵੀ ਬਣਨਗੀਆਂ ਤੇ ਸਪੇਸਿਸ ਜਾਂ ਪਾਕਟਸ ਬਣਨਗੇ, ਫਿਰ ਉੱਥੇ enzyme attaching या receptor attaching activity हो सकती है. That is why the tertiary structure is absolutely necessary for biological activities. Enzymatic action हो सकता है, ते digestion हो सकती है, फिर chemical activities भी हो सकती है. होना आ जाएगा आगे. Some proteins are an assembly of more than one polypeptides or subunits. ਜਿਵੇਂ ਕਿ ਕਿਹਾ ਸੀ ਕਿ more than one ਪੋਲੀਪੈਪਟਾਈਡਸ ਜਾਂ ਸਬ ਯੂਨਿਟਸ ਹੁੰਦੇ ਨੇ, ਤੇ ਜਿਹੜੇ ਇੰਡੀਵਿਜੂਅਲੀ ਫੋਲਡਡ ਪੋਲੀਪੈਪਟਾਈਡਸ ਹੁੰਦੇ ਨੇ ਦੇ ਅਰੇਂਜ ਵਿਦ ਰਿਸਪੈਕਟ ਟੂ ਈਚ ਅਦਰ, ਤੇ ਵਿਦ ਰਿਸਪੈਕਟ ਟੂ ਈਚ ਅਦਰ ਅਰੇਂਜ ਹੋ ਜਾਣਗੀਆਂ, ਜਾਂ ਤਾਂ ਲੀਨੀਅਰ ਸਟ੍ਰਿੰਗ ਹੋ ਜਾਏਗਾ ਸਫੀਅਰਸ ਦਾ, ਜਾਂ ਫਿਰ ਸਫੀਅਰ ਅਰੇਂਜ ਕਰ ਲੈਣਗੇ ਖੁਦ ਤੇ ਕਿਊਬ ਜਾਂ ਪਲੇਟ. ਆ ਬੇਸਿਕ ਐਗਜ਼ਾਮਪਲ ਦੱਸਿਆ ਕਿ ਤੇ ਇੱਕ ਆਰਕੀਟੈਕਚਰ ਆਫ ਪ੍ਰੋਟੀਨ ਬਣੇਗਾ ਜਿਹਨੂੰ ਆਪਾਂ ਬੋਲਾਂਗੇ ਕੁਆਟਰਨਰੀ ਸਟਰਕਚਰ. Quaternary structure. An adult human hemoglobin consists of 4 subunits. Adult human hemoglobin consists of 4 subunits, 2 of which are identical to each other. The 2 subunits of alpha type and 2 subunits of beta type together constitute the human hemoglobin. ਤਾਂ ਉਹ ਬਣ ਜਾਏਗਾ quaternary structure. ਹੁਣ ਆਪਾਂ ਥੋੜਾ ਹੁਣ ਕੁਝ ਹੋਰ ਬੇਸਿਕਸ ਦੇਖਦੇ ਹਾਂ ਪ੍ਰੋਟੀਨ ਦਾ. ਠੀਕ ਹੈ, ਸਭ ਤੋਂ ਪਹਿਲਾਂ ਜਿਹੜਾ property of proteins है वो किसके ऊपर डिपेंड होता है. property of proteins डिपेंड होते हैं sequence of amino acids and conformation of the polypeptide chain. ठीक है, और यहाँ पर लिख देंगे कि properties of protein किसके डिपेंड होता है. सबसे पहला
सीक्वेंस ऑफ अमीनो एसिड ते दूजा है कॉन्फ़िगरेशन ऑफ पॉलीपेप्टाइड चेन पॉलीपेप्टाइड चेन इस दो उत्ते डिपेंड होंदा है। हुन जेड़ा प्रोटीन है वो एक बफर की तरह भी एक्ट करता है अपनी बॉडी ते पीएच रेगुलेट करता है बॉडी दी। या अपन पढ़िया सीगा कि जेड़े आइसो इलेक्ट्रिक पॉइंट ते बहुत नेगेटिव एंड पॉजिटिव चार्ज दिखांदे ने अमीनो एसिड्स ते उस विटर आयंस फॉर्म करते ने। हुन ये सब होने तो बाद जेड़ा मोस्ट अबंडेंट ऑर्गेनिक मॉलिक्यूल या कंपाउंड अपनी बॉडी या सेल च हुंदा है वो हुंदा है प्रोटीन। उस तो बाद आ जाएगा हुन प्रोटीन दे स्ट्रक्चर जिवें आपां ने कर पढ़िया। हुन ओदे उत्ते कुछ एग्जांपल्स देखांगे। सब तो पहले है कि या तो सिंपल प्रोटीन आएगा या फिर कॉन्जुगेटेड प्रोटीन कॉम्प्लेक्स या फिर डेराइव्ड प्रोटीन कॉम्प्लेक्स है तो ओदे बेसिस पे वेरियस एग्जांपल्स है। बट उसके उत्ते जाने तो पहले आप कुछ एग्जांपल्स देखते हैं। हुन जिवें प्राइमरी है, प्राइमरी दे अंदर सिर्फ पेप्टाइड बॉन्ड्स हुंदे ने। प्राइमरी स्ट्रक्चर दे अंदर बॉन्ड्स बिटवीन टू अमीनो एसिड्स आर कॉल्ड पेप्टाइड बॉन्ड्स। ठीक है। हुन सेकेंडरी अमीनो एसिड आ गया। सेकेंडरी अमीनो एसिड सेकेंडरी स्ट्रक्चर ऑफ प्रोटीन। सेकेंडरी स्ट्रक्चर ऑफ प्रोटीन के अंदर पेप्टाइड बॉन्ड्स होंगे अलोंग विद हाइड्रोजन बॉन्डिंग। हाइड्रोजन बॉन्ड हुन जेड़े अपोरे नु बॉन्ड्स दिख रहे ने ये है कि एक अमीनो एसिड दूसरे अमीनो एसिड नाल इंटरैक्ट कर रहा है ते हाइड्रोजन बॉन्ड दे थ्रू एक दूसरे नाल बॉन्डेड ने। हुन एदे कुछ एग्जांपल्स ने जिवें कि हुन अल्फा हेलिक्स के एग्जांपल आ जाएंगियां। एग्जांपल्स आएंगे केराटिन, मायोसिन, ट्रिप्टोमायोसिन। केराटिन, मायोसिन ते बीटा प्लेटेड स्ट्रक्चर दी एग्जांपल्स आएंगियां फाइब्रोइन। ठीक है। हुन कुछ एक्स्ट्रा है कि जेड़ा अल्फा हेलिक्स है वो इंट्रा मतलब चेन ही खुद कॉइल हुंदी है तो ओदे अंदर इंट्रा चेन हाइड्रोजन बॉन्ड प्रेजेंट हुंदा है ते जेड़ा बीटा प्लेटेड शीट है ओदे अंदर इंटर चेन है। एक चेन नंबर 1 चेन नंबर 2 तो दो चेन्स दे विच हाइड्रोजन बॉन्ड प्रेजेंट है तेनु बोलांगे इंटर चेन हाइड्रोजन बॉन्डिंग। ये सिंगल ही चेन है एक ते उसी दे अंदर हाइड्रोजन बॉन्डिंग प्रेजेंट है तेनु बोलांगे इंट्रा चेन हाइड्रोजन बॉन्डिंग। ठीक है। फिर उस तो बाद हुंदा कि जेड़ा इंट्रा चेन हाइड्रोजन बॉन्डिंग है ओदे थ्रू एक्टिव साइट्स से पॉकेट बन जांदियां ने ता दीज एंड दैट आर इंपॉर्टेंट फॉर बायोलॉजिकल एक्टिविटी ते एंजाइमेटिक एक्टिविटी लाइक। ये हुंदा सारा टर्शरी दे अंदर कि टर्शरी दे अंदर एक्टिव साइट्स बन जांदियां ने फोल्डिंग दे कारण जिवें अपन हुन सिंगल चेन ता फोल्ड हो गई बट हुन दैट फोल्ड्स अपॉन इटसेल्फ तो ओदे करके की बनेगा एक्टिव पॉकेट्स या फिर एक्टिव साइट्स pockets या sites and these are important for biological activity। तो जेड़ा मेजॉरिटी ऑफ प्रोटीन या एंजाइम्स है वो टर्शियरी स्ट्रक्चर के अंदर ही एग्जिस्ट करते हैं अपने प्रोटोप्लाज्म च। होने आ जाएगा क्वार्टिनरी स्ट्रक्चर। क्वार्टिनरी स्ट्रक्चर ये पता लगती है बायोलॉजिकल एक्टिविटी ले होता है। क्वार्टिनरी स्ट्रक्चर होने हो सके या तो होमोजेनस हो या हेट्रोजेनस। होमोजेनस ते हेट्रोजेनस का की मतलब होया हो रे कि जेड़ा होमोजेनस है कि सेम टाइप ऑफ चेन्स दे अंदर बॉन्ड बन रहे हैं ते हेट्रोजेनस मतलब डिफरेंट टाइप्स ऑफ पॉलीपेप्टाइड चेन्स ने। हुन होमोजेनस या फिर हेट्रोजेनस। होमोजेनस की एग्जांपल आ जाएगी लाइसोजाइम ते हेट्रोजेनस की एग्जांपल आ जाएगी हीमोग्लोबिन। इसके अलावा इम्यूनोग्लोबिन ग्लोबुलिन्स भी या फिर एंटीबॉडीज भी एंटीजेंस भी ये सब ये अंदर इम्यूनोग्लोबुलिन्स ते एंटीबॉडीज मतलब सेम चीज होती है। तेरे अंदर होंगे ने दो हैवी चेन्स से दो लाइट चेन्स ता करके इनका ये भी हेट्रोजेनस स्ट्रक्चर है। हुन ए हो गया। हुन आपा चल दे थोड़ा आगे जेते आएगा एंजाइम्स। एंजाइम्स जेडे एंजाइम्स होंदे ने वो होंदे ने उन्हां दा काम की है कि कोई भी रिएक्शन नो टेक प्लेस करन ले। तो हुन जेड़ा एंजाइम्स है ना वो या तो प्रोटीन इन नेचर हो सकदे ने
या फिर नॉन प्रोटीन इन नेचर भी हो सकते हैं। तो मोस्टली ਜਿਹੜੇ जितने भी एंजाइम्स प्रेजेंट है अपने एनवायरनमेंट या अपने अंदर वो सारे प्रोटीनेशियस इन नेचर होते हैं। ठीक है, तो all the enzymes are almost all the enzymes are protein. Some are nucleic acid, जिनमें ribozyme. These are called ribozymes. One can depict an enzyme by a line diagram. Enzymes like any protein has a primary structure, that is amino acid sequence of the protein. Enzymes like any protein has secondary and tertiary structures as well. When you look at the tertiary structure, you will notice that the backbone of the protein chain folds upon itself. ये अपन पढ़ा ही सका कि tertiary structure क्या में बंद है by folding of the protein chain upon itself. The chain crisscrosses itself and hence many crevices and pockets are made. And one such pocket is active site. Crisscrosses upon itself, pockets are made. An active site of an enzyme is crevice or pocket into which the substrate fits. ਹੁਣ ਜਿਹੜੀ ਵੀ ਐਕਟਿਵ ਪਾਕਟ ਜਾਂ ਕ੍ਰਿਵਾਈਸ ਹੈ ਇਹਦੇ ਅੰਦਰ ਕੀ ਹੁੰਦਾ ਕਿ ਇਹਦੇ ਅੰਦਰ ਸਬਸਟ੍ਰੇਟ ਖੁਦ ਨੂੰ ਫਿਟ ਕਰਦਾ ਕਿ ਜਿਵੇਂ ਕਿ ਕੋਈ ਆਪਾਂ ਹਮੇਸ਼ਾ ਇੱਕ ਲਾਈਨ ਡਾਇਗਰਾਮ ਜਾਂ ਸਰਕਲ ਨਾਲ ਡਾਇਗਰਾਮਸ ਬਣਾਉਂਦੇ ਕਿ ਆਹ ਆਪਣਾ ਸਬਸਟ੍ਰੇਟ ਹੈ ਹਾਂ ਪਲੱਸ ਇਹ ਆਪਣਾ ਐਂਜ਼ਾਈਮ ਹੈ ਤਾਂ ਹੁਣ ਰਿਐਕਸ਼ਨ ਹੋਣਾ तो ਐਵੇਂ ਆ ਕੇ ਫਿੱਟ ਹੋ ਗਿਆ ਇਹਦੇ ਅੰਦਰ ਤਾਂ ਜਿਹੜੇ ਵੀ ਆਹ ਚੀਜ਼ ਹੈ ਤੇ ਜਿਹੜਾ ਪੂਰੇ ਇਹਦੇ ਆਸ-ਪਾਸ ਜਗ੍ਹਾ ਹੈ ਇਹਨੂੰ ਆਪਾਂ ਕੀ ਬੋਲ ਸਕਦੇ ਹਾਂ ਕਿ ਐਕਟਿਵ ਸਾਈਟ ਬਣ ਗਈ ਤੇ ਜਾਂ ਫਿਰ ਪਾਕਟ ਬਣ ਗਈ ਜਿੱਥੇ ਸਬਸਟ੍ਰੇਟ ਆ ਕੇ ਫਿਕਸ ਹੋ ਸਕਦਾ ਹੈ ਜਾਂ ਫਿਰ ਐਂਜ਼ਾਈਮ ਸਬਸਟ੍ਰੇਟ ਜਾ ਕੇ ਫਿਕਸ ਕਰ ਸਕਦਾ ਹੈ। Thus enzymes through their active sites catalyze reactions at a high rate. It could catalyze the reactions at a high rate. Enzyme catalysts differ from inorganic catalysts in many ways, but one major difference needs mention. ਜਿਹੜਾ inorganic catalysts है work efficiently at high temperature and high pressure. ਜਿਹੜਾ inorganic catalyst है वो high temperature ਤੇ pressure ਤੇ अच्छी तरह work ਕਰਦੇ हैं, efficiently work ਕਰਦੇ हैं, while enzymes get damaged at high temperatures, say above 40 degree. ਹੁਣ ਇਸਦੇ ਉੱਤੇ ਕੀ ਸਮਝ ਸਕਦੇ ਹਾਂ ਕਿ ਜਿਹੜੇ ਐਂਜ਼ਾਈਮਸ ਹੈ ਆਪਣਾ ਬੋਡੀ ਦਾ ਟੈਂਪਰੇਚਰ ਕੀ ਹੁੰਦਾ ਨਾਰਮਲ ਟੈਂਪਰੇਚਰ 36 ਡਿਗਰੀ ਸੈਲਸੀਅਸ ਤੇ ਉਸਦੇ ਉੱਤੇ ਆਪਾਂ ਕਹਾਂਗੇ ਕਿ ਹਾਈਪਰ ਟੈਂਪਰੇਚਰ ਇਨਕਰੀਜ਼ ਹੋਣ ਲੱਗ ਗਿਆ ਤਾਂ ਫਿਰ ਜਦੋਂ ਵੀ ਕੋਈ ਬਿਮਾਰ ਹੁੰਦਾ ਹੈ ਉਹਨੇ ਫੀਵਰ ਹੁੰਦਾ ਹੈ ਫੈਬਰਾਈਲ ਹੋ ਜਾਂਦਾ ਪੇਸ਼ੈਂਟ ਤਾਂ ਉਹਦੇ ਕਰਕੇ ਉਹਦੀ ਜਿਹੜਾ ਮੈਟਾਬੋਲਿਕ ਐਕਟੀਵਿਟੀ ਹੈ ਜਾਂ ਬੋਡੀ ਦੀ ਹੋਮਿਓਸਟੈਸਿਸ ਹੈ ਉਹ ਡਿਸਟਰਬਟ ਹੋ ਜਾਂਦੀ ਹੈ ਕਿਉਂਕਿ ਜਿਹੜਾ ਅਗਰ ਟੈਂਪਰੇਚਰ ਇਨਕਰੀਜ਼ ਹੁੰਦਾ ਤਾਂ ਹਰ ਇੱਕ ਮੋਲੀਕਿਊਲ ਦਾ ਸਟਰਕਚਰ ਚੇਂਜ ਹੋਣ ਲੱਗ ਜਾਂਦਾ ਜਾਂ ਡਿਸਟਰਬਟ ਹੋਣ ਲੱਗ ਜਾਂਦੇ ਮੋਲੀਕਿਊਲਸ ਬ੍ਰੇਕਡਾਊਨ ਹੋਣ ਲੱਗ ਜਾਂਦੇ ਨੇ ਨॉर्मल बॉडी ਦਾ ਨॉर्मल ਹੋਮਿਓਸਟੈਸਿਸ ਡਿਸਟਰਬ ਹੋ ਜਾਏਗਾ ਬॉडी ਨॉर्मली ਫੰਕਸ਼ਨ ਨਹੀਂ ਕਰ ਪਾਏਗੀ ਜਾਂ ਫਿਰ ਜਿਹੜਾ ਵੀ ਰਿਐਕਸ਼ਨ ਦਾ ਰੇਟ ਹੈ ਉਹ ਸਲੋ ਹੋ ਜਾਏਗਾ ਤਾਂ ਕਰਕੇ ਮੈਟਾਬੋਲਿਕ ਬॉडी ਦਾ ਮੈਟਾਬੋਲਿਜ਼ਮ ਡਿਕਰੀਜ਼ ਹੋ ਜਾਂਦਾ ਫੀਵਰ ਦੇ ਟਾਈਮ ਤੇ above 40 डिग्री ਤੇ 40 डिग्री ਤੇ ਹੀ एंजाइम्स ਦਾ ਸਟਰਕਚਰ ब्रेकडाउन होना शुरू हो जाता है। However, enzymes isolated from organism who normally live under extremely high temperature, ਜਿਵੇਂ ਕਿ ਆਪਾਂ ਪੜਿਆ ਕੁਝ ਬੈਕਟੀਰੀਆ ਹੌਟ ਵਿੰਡਸ ਤੇ ਸਲਫਰ ਸਪ੍ਰਿੰਗ ਦੇ ਅੰਦਰ ਰਹਿੰਦੇ ਨੇ they are stable and retain their catalytic power even at high temperatures, say up to 80 to 90 degrees Celsius. Thermal stability is thus an important quality of such enzymes isolated from thermophilic organisms. मतलब थर्मल स्टेबिलिटी एक इंपॉर्टेंट क्वालिटी है एंजाइम्स ਦੀ ਜਿਹੜੇ ਆਪਾਂ ਨੂੰ ਥਰਮੋਫਿਲਿਕ ਆਰਗੈਨਿਜ਼ਮਸ ਹੁੰਦੇ ਨੇ ਸਪੋਜ਼ ਅਗਰ ਉਹ ਥਰਮੋਸਟੇਬਲ ਹੁੰਦੇ ਹੀ ਨਾ ਤਾਂ ਅਗਰ ਥਰਮੋਸਟੇਬਲ ਨਾ ਹੁੰਦੇ ਤਾਂ ਉਹ ਆਰਗੈਨਿਜ਼ਮ ਉਹਨੇ ਐਕਸਟ੍ਰੀਮ ਟੈਂਪਰੇਚਰ ਤੇ ਰਹਿ ਹੀ ਨਹੀਂ ਪਾਉਂਦਾ ਕਿਉਂਕਿ ਅਗਰ ਉਹਦੇ ਐਂਜ਼ਾਈਮਸ ਥਰਮੋਸਟੇਬਲ ਨਾ ਹੁੰਦੇ ਐਂਜ਼ਾਈਮਸ ਬ੍ਰੇਕ ਡਾਊਨ ਕਰ ਜਾਂਦੇ ਉਹਨਾਂ ਦਾ ਸਟਰਕਚਰ ਚੇਂਜ ਹੋ ਜਾਂਦਾ ਹੈ ਜਾਂ ਡੀਨੈਚੁਰੇਟ ਹੋ ਜਾਂਦੇ ਤਾਂ ਕੋਈ ਵੀ बायोलॉजिकल रिएक्शन हो ही नहीं पाती बॉडी या फिर अगर होंगी भी तो बहुत स्लो रेट पे होंगी कि ऑर्गेनिज्म उस टेंपरेचर से सर्वाइव नहीं कर पाता। हुण आपां आने आगे केमिकल रिएक्शंस ते हाउ डू वी अंडरस्टैंड दीज एंजाइम्स। लेट अस फर्स्ट अंडरस्टैंड अ केमिकल रिएक्शन। अ केमिकल कंपाउंड अंडरगोस टू टाइप्स ऑफ चेंजेस। दो तरह के चेंजेस होंदे ने अ फिजिकल चेंज ਜਿਹੜਾ ਸਿੰਪਲੀ ਰੈਫਰ ਕਰਦੇ ਕਿ ਚੇਂਜ ਇਨ ਸ਼ੇਪ ਵਿਦਆਊਟ ਬ੍ਰੇਕਿੰਗ ਆਫ ਬੌਂਡਸ मतलब अगर
ਕੋਈ ਵੀ ਰਿਐਕਸ਼ਨ ਕਿਸੇ ਵੀ ਰਿਐਕਸ਼ਨ ਵਿੱਚ ਬੌਂਡ ਬ੍ਰੇਕ ਹੋ ਰਹੇ ਨੇ ਤਾਂ ਮਤਲਬ ਕਿ ਉਹ ਇੱਕ ਫਿਜ਼ੀਕਲ ਨਹੀਂ ਕੈਮੀਕਲ ਪ੍ਰੋਸੈਸ ਹੈ, ਇਰਰਿਵਰਸਿਬਲ ਪ੍ਰੋਸੈਸ ਹੈ। ਠੀਕ ਹੈ, ਹੁਣ ਇਹਦੇ ਨਾਲ ਸਿਰਫ ਸ਼ੇਪ ਚੇਂਜ ਹੋ ਰਹੀ ਹੈ ਤੇ ਕੋਈ ਵੀ ਬੌਂਡਸ ਦਾ ਬ੍ਰੇਕੇਜ ਨਹੀਂ ਹੋ ਰਿਹਾ, ਤੈਨੂੰ ਆਪਾਂ ਕੀ ਬੋਲਾਂਗੇ physical process change in shape without breaking of bonds, also called as physical change. Another physical process is change in state of matter change हो गया, मतलब आइस मेल्ट हो गई, वाटर बन गया, फिर वाटर इवेपोरेट हो गया, वेपर्स बन गए, ऐसे करके सारे physical processes है। However, when the bonds are broken and new bonds are formed during transformation, we will call it a chemical reaction. मतलब bonds टूटे भी, bonds are broken, तो नए bonds बन भी गए, तो ये ट्रांसफॉर्मेशन हो गई। तो इस ट्रांसफॉर्मेशन को अपन ये बोलते हैं केमिकल रिएक्शन। फॉर नीचे के एग्जांपल देती है कि बेरियम हाइड्रोक्साइड से सल्फ्यूरिक एसिड दी रिएक्शन देती है कि बेरियम सल्फेट बन गया। नाले हम ਜਿਹੜੀ एग्जांपल है इनऑर्गेनिक केमिकल रिएक्शन है। ठीक है, सिमिलरली हाइड्रोलिसिस ऑफ स्टार्च हो सकता है, वो ग्लूकोज बन जाएगा, ब्रेक डाउन होके ग्लूकोज बनेगा, विच इज एन ऑर्गेनिक रिएक्शन, ऑर्गेनिक केमिकल रिएक्शन। द रेट ऑफ फिजिकल और केमिकल प्रोसेस रेफर्स टू द अमाउंट ऑफ प्रोडक्ट फॉर्म्ड पर यूनिट टाइम। ਹੁਣ ਇਹ ਡੈਫੀਨੇਸ਼ਨ ਹੋ ਗਈ ਕਿ ਰੇਟ ਆਫ ਰਿਐਕਸ਼ਨ ਜਾਂ ਰੇਟ ਆਫ ਪ੍ਰੋਸੈਸ ਕੀ ਕਿਵੇਂ ਡਿਫਾਈਨ ਕਰਦੇ ਆ। ਇਹ ਸਭ ਆਪਾਂ ਕੈਮੀਕਲ ਕਾਈਨੈਟਿਕਸ ਚ ਵੀ ਪੜ੍ਹਦੇ ਆ। ਤੇ ਜਿਹੜਾ ਚੈਪਟਰ ਹੈ ਨਾ ਬਾਇਓਮੋਲੀਕੂਲਸ, ਇਹਦੇ ਨਾਲ ਬਾਇਓਲੋਜੀ ਤੇ ਕੈਮਿਸਟਰੀ ਬਹੁਤ ਅੱਛੀ ਤਰ੍ਹਾਂ ਇੰਟੀਗ੍ਰੇਟਡ ਹੈ ਤੇ ਇਹਨਾਂ ਨੂੰ ਨਾਲ ਹੀ ਪੜ੍ਹਨਾ ਚਾਹੀਦਾ। ਸੋ ਦ ਰੇਟ ਆਫ ਫਿਜ਼ੀਕਲ ਔਰ ਕੈਮੀਕਲ ਪ੍ਰੋਸੈਸ ਰੈਫਰਸ ਟੂ ਦੀ ਕਿੰਨਾ ਪ੍ਰੋਡਕਟ ਬਣਦਾ ਪਰ ਯੂਨਿਟ ਟਾਈਮ ਚ, ਕਿ ਇੱਕ ਜਿਵੇਂ ਸਪੋਜ਼ 1 ਸੈਕਿੰਡ ਚ ਕਿੰਨਾ ਪ੍ਰੋਡਕਟ ਬਣਿਆ, ਕਿੰਨਾ ਟਰਨਓਵਰ ਹੋਇਆ। फिर उसके बाद आंदे कि rate can also be called velocity if the direction is specified. Rate can also be called velocity if the direction is specified. There are rate of physical and chemical processes है, उन्हें कौन influence कर सकते हैं। It is influenced by temperature among other factors. Now, general rule of thumb is that rate doubles or decreases by half for every 10 degree change in either direction. मतलब कि या तो 10 डिग्री राइज इन टेम्परेचर होवे तभी हाफ या डबल हो सकता है, या फिर मतलब अगर डिक्रीज होवे टेम्परेचर तभी हाफ या डबल हो सकता है, डिपेंडिंग किस डायरेक्शन से अपन गल कर रहे हैं, फॉरवर्ड या बैकवर्ड। तो अगर रिएक्शन थर्मोफिलिक है या फिर थर्मोफिलिक नहीं मतलब एक्सोथर्मिक है या फिर एंडोथर्मिक है। जो कैटलाइज्ड रिएक्शन है वो प्रोसीड करते हैं at vastly higher rates than the uncatalyzed one when enzyme catalyzed reactions are observed. Catalyzed reaction at vastly higher rates. ठीक है, ਹੁਣ ਜਿਹੜੀ enzyme catalyzed reaction ਆਪਾਂ ਦੇਖਦੇ ਆ the rate would be vastly higher than the same uncatalyzed reaction. For example, ਹੁਣ ਕਾਰਬੋਨਿਕ ਐਸਿਡ ਬਣਦਾ ਆਪਣੀ ਬੋਡੀ ਚ, ਜਿਵੇਂ ਆਰਬੀਸੀ ਦੇ ਅੰਦਰ ਇਹ ਸਾਰੀ ਰਿਐਕਸ਼ਨਸ ਹੋ ਰਹੀਆਂ ਨੇ ਕਿ CO2 plus ਵਾਟਰ ਬਣ ਕੇ ਕਾਰਬੋਨਿਕ ਹਾਈਡਰੇਟ ਦੀ ਪ੍ਰੈਜ਼ੈਂਸ ਦੇ ਅੰਦਰ ਕਾਰਬੋਨਿਕ ਐਸਿਡ ਬਣਾ ਰਹੇ ਤੇ ਵਾਪਸ ਬ੍ਰੇਕ ਡਾਊਨ ਹੋ ਕੇ CO2 ਤੇ H2O ਬਣਾ ਰਹੇ, ਕੈਮੀਕਲ ਇਕੁਇਲਿਬ੍ਰੀਅਮ ਉਹ ਐਸਟੈਬਲਿਸ਼ਡ ਹੈ। When in the absence of any enzyme, this reaction is very slow with about 200 molecules of carbonic acid being formed in an hour. कि अगर enzyme absent हो गए तो सिर्फ 200 molecules बनते हैं in an hour of carbonic acid. However, अगर enzyme present हो गए, साइटोप्लाज्म के अंदर एक enzyme होता है जिन्हें आप बोलते हैं carbonic anhydrase। ठीक है, तो रिएक्शन की स्पीड ड्रामेटिकली इंक्रीज होती है तो 6 लाख मॉलिक्यूल्स बनते हैं every second, not even an hour, every second 6 lakh molecules बनते हैं carbonic acid। This enzyme has accelerated the reaction rate by about 10 million times. कितने टाइम नाल 10 million times नाल इंक्रीज करता है। और हम कुछ वर्ड्स का ध्यान रखने, बाय चांस कभी गलती में एमसीक्यू आ गए कि उरे आर है, उरे 200 है, उरे 6 lakhs है, तो उरे सेकंड है, बट रेयरली आएगा कदे क्योंकि ये वाली फिगर्स इतनी इंपॉर्टेंट नहीं है। There are 1,000 types of enzymes, each catalyzing a unique chemical or metabolic reaction.
ਉਹ ਤਾਂ ਪਤਾ ਹੀ ਹੈ ਕਿ ਬਹੁਤ ਸਾਰੇ ਟਾਈਪਸ ਆਫ ਐਂਜ਼ਾਈਮ ਹੁੰਦੇ ਨੇ ਤੇ ਇੱਕ ਮਲਟੀ ਸਟੈਪ ਕੈਮੀਕਲ ਰਿਐਕਸ਼ਨ ਬਣ ਜਾਂਦੀ ਹੈ when each of the steps is catalyzed by the same enzyme complex or different enzyme या the same enzyme complex multiple reactions ਨੂੰ catalyze ਕਰਦੀ ਹੈ ਜਾਂ ਫਿਰ different enzymes ਵੀ ਹੋ ਸਕਦੇ ਨੇ and a metabolic pathway is formed ਜਦੋਂ multiple reactions ਆ ਜਾਂਦੀਆਂ ਨੇ ਇੱਕ ਤੋਂ ਬਾਅਦ ਇੱਕ order ਚ ਮਲਟੀ ਸਟੈਪਸ ਹੁੰਦੇ ਨੇ ਤਾਂ ਉਹਨੂੰ ਮੈਟਾਬੋਲਿਕ ਪਾਥਵੇ ਕਹਾਂਗੇ ਆਪਾਂ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਨੀਚੇ ਜਿਵੇਂ ਐਗਜ਼ਾਮਪਲ ਦਿੱਤੇ ਗਲੂਕੋਜ਼ ਤੋਂ 2 ਪਾਇਰੂਵਿਕ ਐਸਿਡ ਬਣ ਜਾ ਆਪਣਾ ਜਦੋਂ ਰੈਸਪੀਰੇਸ਼ਨ ਹੁੰਦੀ ਹੈ glycolysis ਫਿਰ ਉਸ ਤੋਂ ਬਾਅਦ ਆਉਂਦੇ ਇਸ ਫॉर एग्जांपल is actually a metabolic pathway ਜਿਹੜੀ ਰਿਐਕਸ਼ਨ ਉੱਪਰ ਦਿੱਤੀ ਇੱਕ metabolic pathway ਹੈ in which glucose becomes pyruvic acid through 10 different enzyme catalyzed metabolic reactions when you study the chapter respiration you will study these reactions इस process में क्या बोलते हैं glycolysis ठीक है each 10 step process है 10 reactions ਹੁੰਦੀਆਂ ਨੇ ਇਹਨਾਂ ਪਰ ਅੱਛੀ ਤਰ੍ਹਾਂ ਯਾਦ ਕਰਦੇ ਹੁੰਦੇ ਕਿਉਂਕਿ ਇੱਕ ਐਗਜ਼ਾਮ 'ਚ ਬਹੁਤ ਸਾਰੇ ਕੁਐਸਚਨਸ ਆ ਸਕਦੇ ਨੇ ਇਹ 'ਚੋਂ ਹੁਣ ਆਉਂਦੇ ਕਿ at this stage you should know that this very metabolic pathway with 1 or 2 additional reactions give rise to a variety of metabolic end products this very metabolic pathway ਇਹੀ ਸੇਮ ਮੈਟਾਬੋਲਿਕ ਪਾਥਵੇ ਜਿਹੜਾ ਹੁੰਦਾ ਕਿ ਗਲੂਕੋਜ਼ ਤੋਂ ਪਾਇਰੂਵਿਕ ਐਸਿਡ ਬਣ ਗਿਆ ਜੇ ਆਪਾਂ ਉਹਦੇ ਅੰਦਰ ਕੁਝ ਇੱਕ ਦੋ ਰਿਐਕਸ਼ਨਸ ਐਡ ਕਰ ਦਈਏ give some additional reactions ਤੇ variety of metabolic end products ਕਹਿੰਦੀਆਂ ਨੇ ਜਿਵੇਂ skeletal muscle ਚ anaerobic condition ਚ ਇਹ ਬਣਾਉਂਦੀਆਂ ਨੇ lactic acid and normal aerobic condition pyruvic acid ਬਣਦਾ yeast ਹੈ ਉਹਦੇ ਅੰਦਰ fermentation ਹੁੰਦੀ ਹੈ ਤਾਂ ਉਹ ਵੀ ਸੇਮ ਪਾਥਵੇ ਯੂਜ਼ ਕਰਕੇ ਇਥੇਨੋਲ ਬਣਾਉਂਦੇ ਕੁਝ ਐਕਸਟਰਾ ਰਿਐਕਸ਼ਨਸ ਤੋਂ ਬਾਅਦ ਤਾਂ ਮਤਲਬ ਡਿਫਰੈਂਟ ਕੰਡੀਸ਼ਨ ਦੇ ਡਿਫਰੈਂਟ ਪ੍ਰੋਡਕਟਸ ਪੋਸੀਬਲ ਹੁੰਦੇ ਨੇ ਤਾਂ ਕਰਕੇ ਕੋਈ ਵੀ ਰਿਐਕਸ਼ਨ ਹੋ ਅੰਦਰ ਉਸ ਟਾਈਮ ਤੇ ਟੈਂਪਰੇਚਰ ਕੀ ਹੈ ਪ੍ਰੋਡਕਟਸ ਤੇ ਰਿਐਕਟੈਂਟਸ ਦੀ ਕੰਸੈਂਟ੍ਰੇਸ਼ਨ ਕੀ ਹੈ ਸੋਲਵੈਂਟ ਦੇ ਅੰਦਰ ਕੰਡੀਸ਼ਨ ਕੀ ਹੈ ਪੀਐਚ ਕੀ ਹੈ ਇਹਨਾਂ ਸਭ ਦੇ ਇਹ ਸਾਰੇ ਫੈਕਟਰਸ ਕੰਸੀਡਰ ਕਰਕੇ ਹੀ ਪ੍ਰੋਡਕਟ ਬਣਦਾ Now, how do enzymes bring about such high rates of chemical conversions? कि ਐਵੇਂ ਕੀ ਹੈ ਕਿ ਜਿਹੜਾ ਇੱਕ ਕਾਰਬੋਨਿਕ ਐਸਿਡ ਜਦੋਂ ਬਣ ਰਿਹਾ ਸੀ ਕਿ ਇੱਕ ਘੰਟੇ 'ਚ ਸਿਰਫ 200 ਮੋਲੀਕਿਊਲ ਬਣਨ ਦੀ ਜਗ੍ਹਾ ਇੱਕਦਮ 6 ਲੱਖ ਮੋਲੀਕਿਊਲ ਸਿਰਫ ਇੱਕ ਸੈਕਿੰਡ 'ਚ ਬਣ ਰਹੇ ਨੇ ਉਹਦਾ ਰੀਜ਼ਨ ਕੀ ਹੁੰਦਾ To understand, we should study enzymes a little more. We have already understood the idea of active site. एक्टिव साइड अपन की पढ़े कि ਜਦੋਂ ਟਰਸ਼ਰੀ ਫੋਲਡਿੰਗ ਆਫ ਪ੍ਰੋਟੀਨਸ ਹੁੰਦੇ ਨੇ ਕੁਝ ਐਕਟਿਵ ਪਾਕਟਸ ਜਾਂ ਐਕਟਿਵ ਸਾਈਟਸ ਬਣਦੇ ਨੇ ਜਿੱਥੇ ਜਾ ਕੇ ਸਬਸਟ੍ਰੇਟ ਜੁਆਇਨ ਹੋ ਸਕਦਾ ਹੈ ਹੁਣ ਕੈਮੀਕਲ ਔਰ ਮੈਟਾਬੋਲਿਕ ਕਨਵਰਸ਼ਨ ਰੈਫਰਸ ਟੂ ਅ ਰਿਐਕਸ਼ਨ ਠੀਕ ਹੈ ਦ ਕੈਮੀਕਲ ਵਿਚ ਇਜ਼ ਕਨਵਰਟਡ ਇਨਟੂ ਅ ਪ੍ਰੋਡਕਟ ਇਜ਼ ਕਾਲਡ ਸਬਸਟ੍ਰੇਟ ਇਹ ਤਾਂ ਆਪਾਂ ਨੂੰ ਪਤਾ ਹੈ ਹੈਂਸ ਐਂਜ਼ਾਈਮਸ ਦੈਟ ਇਜ਼ ਪ੍ਰੋਟੀਨਸ ਵਿਦ 3 dimensional structures including an active site convert a substrate into a product ਹੁਣ ਇਹ ਪੂਰੇ ਦਾ ਮਤਲਬ ਕੀ ਹੈ ਕਿ ਹੁਣ ਕੋਈ ਵੀ ਕੈਮੀਕਲ ਜਾਂ ਫਿਰ ਮੈਟਾਬੋਲਿਕ ਕਨਵਰਜਨ ਹੁੰਦਾ ਉਹਨੂੰ ਰਿਐਕਸ਼ਨ ਬੋਲਦੇ ਆ ਕਿ ਕੈਮੀਕਲ ਪ੍ਰੋਸੈਸ ਹੈ ਮਤਲਬ ਬੌਂਡਸ ਬ੍ਰੇਕ ਹੋ ਰਹੇ ਹੈ ਮੈਟਾਬੋਲਿਕ ਕਨਵਰਜਨ ਦਾ ਕੀ ਮਤਲਬ ਮੈਟਾਬੋਲਿਕ ਮਤਲਬ ਰਿਲੇਟਡ ਟੂ ਲਾਈਫ ਕਿ ਇੱਕ ਲਿਵਿੰਗ ਬੀਇੰਗ ਦੇ ਅੰਦਰ ਬੋਡੀ ਦੇ ਅੰਦਰ ਹੋ ਰਿਹਾ ਤੇ ਕਨਵਰਜਨ ਮਤਲਬ ਚੇਂਜ ਆ ਰਿਹਾ ਤਾਂ ਉਹਨੂੰ ਆਪਾਂ ਕੀ ਬੋਲਾਂਗੇ ਰਿਐਕਸ਼ਨ ਤੇ ਹੁਣ ਜਿਹੜਾ ਕੈਮੀਕਲ ਰਿਐਕਸ਼ਨ ਹੁੰਦਾ ਉਹਦੇ ਅੰਦਰ ਜਿਹੜਾ ਵੀ ਪ੍ਰੋਡਕਟ ਬਣਾਉਂਦਾ ਜਿਹੜਾ ਮੋਲੀਕੂਲ ਪ੍ਰੋਡਕਟ ਚੇਂਜ ਹੁੰਦਾ ਉਹਨੂੰ ਆਪਾਂ ਕੀ ਬੋਲਦੇ ਸਬਸਟ੍ਰੇਟ ਜਿਵੇਂ ਕੈਮਿਸਟਰੀ ਚ ਆਪਾਂ ਰਿਐਕਟੈਂਟ ਬੋਲਦੇ ਉਹਦੇ ਬੋਲਦੇ ਸਬਸਟ੍ਰੇਟ ਉੱਥੇ ਉਹ ਸਬਸਟ੍ਰੇਟ ਬੋਲ ਸਕਦੇ ਆ ਇਹ ਜੀ ਕੋਈ ਗੱਲ ਨਹੀਂ ਹੁਣ ਜਿਹੜਾ ਐਂਜ਼ਾਈਮ ਹੈ ਉਹਦਾ ਮਤਲਬ ਕੀ ਹੈ ਕਿ ਕੋਈ ਵੀ ਪ੍ਰੋਟੀਨ ਹੈ ਤੇ ਉਹਦਾ 3 dimensional ਸਟਰਕਚਰ ਹੈ ਤੇ ਉਹਦੇ ਅੰਦਰ ਇੱਕ ਐਕਟਿਵ ਸਾਈਟ ਹੈ ਉਹ ਕੀ ਕਰਦੇ ਐਂਜ਼ਾਈਮ ਸਬਸਟ੍ਰੇਟ ਨੂੰ ਕਨਵਰਟ ਕਰਦੇ ਪ੍ਰੋਡਕਟ ਦੇ ਅੰਦਰ ਤੇ ਉਹਨੂੰ ਸਿੰਬੋਲਿਕਲੀ ਕਿਵੇਂ ਪ੍ਰੈਜ਼ੈਂਟ ਕਰਦੇ ਸਬਸਟ੍ਰੇਟ ਚੇਂਜਸ ਟੂ ਪ੍ਰੋਡਕਟ It is now understood that the substrate S has to bind the enzyme at the active site. Substrate S है वो enzyme में bind करेगा active site पे within a given cleft or pocket. ਜਿਹੜੀ ਵੀ cleft या cleft मतलब pocket या फिर site ਹੁੰਦੇ ਉਹਦੇ ਅੰਦਰ ਜਾ ਕੇ bind ਕਰਦਾ The substrate has to diffuse towards the active site. Diffuse मतलब it goes towards the active site
from high concentration to low concentration. There is thus an obligatory formation of ES complex. ES is enzyme substrate complex. Thus, there is an obligatory formation of enzyme substrate complex. This complex formation is a transient phenomena. This is a transient phenomena. Enzyme substrate complex जो बनता है ये permanent नहीं है क्योंकि अपने product भी तब बनाना है. During the state whether the substrate is bound to the enzyme active site, a new structure of the substrate called transition state structure is formed. ਇਹਦਾ ਕੀ ਮਤਲਬ ਹੈ ਜਦੋਂ ਇਹ the state where substrate is bound to enzyme मतलब कि ਜਿਹੜੀ state ਤੇ enzyme ਤੇ substrate ਇੱਕ ਦੂਜੇ ਨਾਲ bound ਹੈ ਉਹਦੇ ਅੰਦਰ ਜਿਹੜਾ substrate ਹੈ ਉਹਦਾ ਇੱਕ ਨਿਊ ਸਟਰਕਚਰ ਬਣਦਾ ਹੈ ਨਿਊ ਸਟਰਕਚਰ ਆਫ ਸਬਸਟ੍ਰੇਟ ਤੇ ਉਹ ਸਟਰਕਚਰ ਨੂੰ ਕੀ ਬੋਲਦੇ ਟ੍ਰਾਂਜ਼ੀਐਂਟ ਸਟੇਟ ਸਟਰਕਚਰ ਕਿਉਂਕਿ ਇੱਕ ਫਿਨੋਮੀਨਾ ਟ੍ਰਾਂਜ਼ੀਐਂਟ ਹੈ ਇਵੈਂਚੁਅਲੀ ਤਾਂ ਜਿਹੜਾ ਐਨਜ਼ਾਈਮ ਹੈ ਉਹ ਸਬਸਟ੍ਰੇਟ ਤੋਂ ਡਿਸੋਸੀਏਟ ਹੋ ਜਾਏਗਾ ਅਲੱਗ ਹੋ ਜਾਏਗਾ ਦੋਨਾਂ ਦੇ ਵਿੱਚ ਬੌਂਡਸ ਬ੍ਰੇਕ ਹੋ ਜਾਣਗੇ ਤਾਂ ਉਹ ਟ੍ਰਾਂਜ਼ੀਐਂਟ ਫਿਨੋਮੀਨਾ ਹੋਇਆ ਤੇ ਇਸ ਟਾਈਮ ਤੇ ਜਿਹੜਾ ਇਹਦਾ ਸਟਰਕਚਰ ਹੈ ਉਹਨੂੰ ਬੋਲਾਂਗੇ ਟ੍ਰਾਂਜ਼ੀਐਂਟ ਸਟਰਕਚਰ ਟ੍ਰਾਂਜ਼ੀਐਂਟ ਸਟੇਟ ਸਟਰਕਚਰ ਇਜ਼ ਫਾਰਮਡ. Very soon after the expected bond breaking and making is completed, the product is released from the active site. In other words, the structure of substrate gets transformed into the structure of product. मतलब की होया कि ਜਦੋਂ structure ਦੇ ਅੰਦਰ expect ਕੁਝ bond breaking ਤੇ bond making ਹੋ ਗਈ ਕਿ ਜਿਹੜੇ bonds ਟੁੱਟਨੇ ਸੀ ਟੁੱਟ ਗਏ ਤੇ ਜਿਹੜੇ bond ਬਣਨੇ ਸੀ ਬਣ ਗਏ ਉਸ ਤੋਂ ਬਾਅਦ product ਬਣ ਗਿਆ ਤਾਂ ਆਹ enzyme substrate complex ਟੁੱਟ ਜਾਏਗਾ ਇਹਦਾ ਜਿਹੜਾ transient state structure ਹੈ ਉਹ product ਦੇ ਅੰਦਰ change ਹੋ ਜਾਏਗਾ. The substrate get transformed. The structure of substrate gets transformed in the structure of products. This pathway of transformation must go through the so-called transition state structure. ਜਿਹੜਾ pathway ਹੈ ਇਹ transition state structure ਦੇ go through ਜ਼ਰੂਰ ਹੋਣਾ ਹੀ ਚਾਹੀਦਾ. ਹੁਣ ਇਹਦੇ ਅੰਦਰ ਹੈ ਕਿ there are many more altered structural states between the stable product and the stable substrate. ਜਿਹੜਾ ਵੀ altered structural states ਹੈ ਜਿਵੇਂ ਕਿ ਆਪਾਂ ਇਹ ਗ੍ਰਾਫ ਦੇ ਅੰਦਰ ਹੁਣ ਅੱਛੀ ਤਰ੍ਹਾਂ ਸਮਝਾਂਗੇ ਕਿ altered structural states ਬਹੁਤ ਸਾਰੀਆਂ ਹੋ ਸਕਦੀਆਂ ਨੇ substrate ਤੇ product ਦੇ ਵਿੱਚ. Implicit in this statement is the fact that all other intermediate structural states are unstable. ਜਿਹੜੀਆਂ ਵੀ intermediate structures ਬਣਦੇ ਨੇ ਜਿੰਨੀਆਂ ਵੀ transition states ਹੁੰਦੀਆਂ ਨੇ ਜਾਂ transition structure states ਹੁੰਦੀਆਂ ਨੇ ਇਹ ਸਾਰੀਆਂ unstable ਹੁੰਦੀਆਂ ਨੇ. ਅਗਰ ਇਹ ਸਟੇਬਲ ਹੁੰਦੀ ਹੈ ਤਾਂ ਉਸ ਮੋਲੀਕੂਲ ਉਸ ਸਟਰਕਚਰ ਚੋਂ ਬਾਹਰ ਹੀ ਕਿਉਂ ਆਉਂਦਾ ਜਾਂ ਫਿਰ ਬੌਂਡ ਬ੍ਰੇਕਿੰਗ ਜਾਂ ਮੇਕਿੰਗ ਹੁੰਦੀ ਕਿਉਂ ਉਸ ਟਾਈਮ ਤੇ ਕਿਉਂਕਿ ਉਹ ਅਨਸਟੇਬਲ ਹੈ ਉਹ ਇੱਕ ਚੇਂਜ ਦੇ ਥਰੂ ਪਾਸ ਔਨ ਹੋ ਰਿਹਾ ਤੇ ਇੱਕ ਫਾਈਨਲ ਸਟੇਬਲ ਪ੍ਰੋਡਕਟ ਤੇ ਆ ਜਾਏਗਾ. Stability is something related to energy state. Stability is related to energy status of the molecule or the structure. Hence, we look at this pictorially through a graph, which it looks like something in figure 9.4. ਹੁਣ ਉਰੇ ਕੀ ਉਰੇ substrate ਹੈ ਤੇ ਉਰੇ product ਹੈ ਤੇ ਇਹਦਾ ਮਤਲਬ ਕਿ ਇਹ reaction exothermic ਹੈ. ਠੀਕ ਹੈ ਉਰੇ potential energy ਦਿੱਤੀ ਗਈ ਹੈ ਉਰੇ process of reaction ਦਿੱਤਾ ਗਿਆ ਤੇ ਉਹਦੇ transition state ਦੇ ਅੰਦਰ ਕੀ ਹੁੰਦਾ enzyme substrate complex ਤੇ product ਵੀ ਲਿਖ ਦਿੰਦੇ ਆ ਕਦੇ ਲੋਕ ਉਸ ਤੋਂ ਬਾਅਦ ਆਉਂਦੇ the y-axis represent potential energy content. The x-axis represent the progression of the structural transformation of the states through which the transition state. ਹੁਣ ਇਹਦਾ ਕੀ ਮਤਲਬ ਹੈ ਕਿ progression of the structural transformation ਕਿ ਕਿਸ ਇਸ ਸਾਈਡ ਆਪਾਂ ਨੇ ਉਹਦੀ ਜਿਹੜੀ ਟ੍ਰਾਂਜੀਸ਼ਨ ਸਟੇਟਸ ਨੇ ਸਾਰੀਆਂ ਆਪਾਂ ਨੇ ਟ੍ਰਾਂਜੀਐਂਟ ਫਿਨੋਮੇਨਾ ਬੋਲਿਆ ਸੀ ਟ੍ਰਾਂਜੀਐਂਟ ਸਟਰਕਚਰ ਟ੍ਰਾਂਜੀਸ਼ਨ ਸਟੇਟ ਸਟਰਕਚਰ ਬੋਲਿਆ ਸੀਗਾ ਆਪਾਂ ਨੇ. ਟ੍ਰਾਂਜੀਸ਼ਨ ਮਤਲਬ ਕਿ ਇੱਕ ਸਟੇਬਲ ਪੁਆਇੰਟ ਤੇ ਨਹੀਂ ਆਇਆ ਇੱਕ ਹਜੇ ਵੀ ਇੱਕ ਮੂਵਿੰਗ ਪੁਆਇੰਟ ਤੇ ਹੀ ਹੈ ਇੱਕ ਹਜੇ ਵੀ ਉਹਦਾ ਸਟਰਕਚਰ ਚੇਂਜ ਹੋ ਰਿਹਾ ਟ੍ਰਾਂਜੀਸ਼ਨ ਦੇ ਅੰਦਰ ਹੈ ਉਹ. You would notice two things. The energy level difference between the substrate and the product. S is at a lower level than S.
P is at a lower level than S. The reaction is exothermic, ਜਿਵੇਂ ਕਿ ਦੱਸਿਆ ਗਿਆ ਸੀਗਾ। One need not to supply energy by heating in order to form the product। ਕਿ ਆਪਾਂ ਨੇ ਕਿਉਂਕਿ since the energy of potential energy of the product is less than the substrate, ਤਾਂ ਆਪਾਂ ਨੂੰ extra heat नहीं provide करनी है in order कि प्रोडक्ट बन जाए। अगर कि ਇਹ एंडोथर्मिक रिएक्शन ਹੁੰਦੀ ਹੈ मतलब ਉਹਦੇ ਅੰਦਰ ਹੀਟ ਰਿਕੁਆਇਰਡ ਹੁੰਦੀ ਹੈ ਤਾਂ ਆਪਾਂ ਨੂੰ ਹੀਟ ਦੇਣੀ ਪੈਂਦੀ, ठीक है। However, whether it is an exothermic or a spontaneous reaction or an endothermic reaction, देखिए, does not need to supply energy by heating। ਹੁਣ या तो exothermic होवे, चाहे spontaneous होवे, चाहे endothermic होवे, और एनर्जी रिक्वायरिंग रिएक्शन एंडोथर्मिक नहीं बोल रहे, ठीक है। मतलब एक्सोथर्मिक या स्पॉन्टेनियस, एंडोथर्मिक या फिर एनर्जी रिक्वायरिंग। द सबस्ट्रेट हैज टू गो थ्रू अ मच हायर स्टेट, एनर्जी स्टेट और ट्रांजिशन स्टेट। ਹੁਣ ਆਪਾਂ ਦੇਖ ਰਹੇ ਹਾਂ ਕਿ ਉਰੇ ਤਾਂ ਪਹਿਲਾਂ सबस्ट्रेट एक हाई एनर्जी स्टेट पे जा रहे हैं, अपन तो कैसे अपन को कोई एनर्जी सप्लाई नहीं करनी, क्योंकि ओवरऑल ਆਪਾਂ देखा जाए तो प्रोडक्ट इज एट अ लो एनर्जी देन द सबस्ट्रेट। एक एक्सोथर्मिक रिएक्शन है, एनर्जी रिलीज हो रही है, बट सबस्ट्रेट एक ट्रांजिशन स्टेट पे जा रहा है व्हिच इज एट अ हायर एनर्जी लेवल। आप पूरे देख सकते हैं एक हायर एनर्जी लेवल पे है, ठीक है। द सबस्ट्रेट हैज टू गो टू अ हायर एनर्जी स्टेट और अ ट्रांजिशन स्टेट। द डिफरेंस इन एवरेज एनर्जी कंटेंट ऑफ सबस्ट्रेट फ्रॉम दैट ऑफ दिस ट्रांजिशन स्टेट इज कॉल्ड द एक्टिवेशन एनर्जी। व्हाट इज एक्टिवेशन एनर्जी? द डिफरेंस इन एवरेज एनर्जी कंटेंट, इन्हें हम समझाएंगे। मतलब सबस्ट्रेट पे हर एक मॉलिक्यूल एक डिफरेंट स्पेशल एनवायरनमेंट ਹੁੰਦੇ, स्पेशल ओरिएंटेशन ਤੇ ਆਰਗੇਨਾਈਜੇਸ਼ਨ ਹੁੰਦਾ ਹੈ, तो ਉਹਦੇ ਆਸ-ਪਾਸ ਦੀ ਮਾਈਕਰੋ एनवायरनमेंट ਦੇਖਿਆ ਜਾਵੇ ਜਾਂ ਮਾਈਕਰੋ ਸਟਰਕਚਰਸ ਚਲੇ ਜਾਏ ਤਾਂ ਉਹਦੇ ਹਰ ਇੱਕ ਮੋਲੀਕਿਊਲ ਦੀ એનર્ਜੀ ਤਾਂ ਅਲੱਗ ਹੋਏਗੀ, ਚਾਹੇ ਉਹਦੇ ਅੰਦਰ ਬਹੁਤ ਹੀ ਮਾਈਨਿਊਟ ਮਿਨੀਮਲ ਡਿਫਰੈਂਸ ਹੋਵੇ, ਤਾਂ ਡਿਫਰੈਂਸ ਤਾਂ ਪ੍ਰੈਜ਼ੈਂਟ ਹੁੰਦਾ ਹੈ। ਤੇ ਇਸ ਕਰਕੇ ਉਹਦੇ ਵਰਡ ਆਇਆ ਗਿਆ ਐਵਰੇਜ ਐਡ ਕੀਤਾ ਗਿਆ ਕਿ ਐਵਰੇਜ એનર્ਜੀ ਕੰਟੈਂਟ ਕੀ ਹੈ सबस्ट्रेट ਦਾ, ਤੇ that of transition state is called the energy difference। ਇਹਨਾਂ ਦੋਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈ, eventually enzymes ਹੁੰਦੇ ਜਿਹੜੇ eventually bring down this energy barrier, making the transition of substrate to product more easy। ਜਿਹੜੇ ਹੁਣ enzymes ਹੁੰਦੇ ਨੇ ਉਹ eventually ਕੀ ਕਰਦੇ ਨੇ ਕਿ ਉਹ energy barrier ਨੂੰ ਘੱਟ ਕਰ ਦਿੰਦੇ ਨੇ by bringing substrates to products more easily, ठीक है। ਹੁਣ ਇਹ ਸਭ ਤਾਂ ਹੋਇਆ ਕਿ ਇੱਕ ਐਕਟੀਵੇਸ਼ਨ એનર્ਜੀ ਆਪਾਂ ਨੂੰ ਪਹਿਲਾਂ ਚਾਹੀਦੀ ਹੁੰਦੀ ਹੈ ਕੁਝ ਵੀ ਰਿਐਕਸ਼ਨ ਪ੍ਰੋਸੀਡ ਹੋਣ, ਚਾਹੇ ਉਹ ਐਂਡੋਥਰਮਿਕ ਹੋਵੇ ਚਾਹੇ ਉਹ ਐਕਸੋਥਰਮਿਕ ਹੋਵੇ। ਅਗਰ ਆਪਾਂ ਸੇਮ ਗ੍ਰਾਫ ਆਪਾਂ ਨੇ ਐਂਡੋਥਰਮਿਕ ਲਈ ਬਣਾਉਣਾ ਹੋਵੇ तो कैसे बनेगा? पूरे सबस्ट्रेट है, सबस्ट्रेट एक ट्रांजिशन स्टेट पे जाएगा तो ये बन जाएगा प्रोडक्ट, प्रोडक्ट सबस्ट्रेट ट्रांजिशन स्टेट। तो स्टिल सबस्ट्रेट ने हायर एनर्जी लेवल पे जाना पैंदा है। ਜਿਹੜਾ ਹਰ ਡਿਫਰੈਂਸ ਹੈ ਇਹਨਾਂ ਦੋਨਾਂ ਦੇ ਇਹ ਹੈ एक्टिवेशन एनर्जी। ਇਹ एक्टिवेशन एनर्जी नहीं है या फिर ਇਹ एक्टिवेशन एनर्जी नहीं है। एक्टिवेशन एनर्जी ਕੀ ਹੋਇਆ सबस्ट्रेट ਤੇ ट्रांजिशन स्टेट ਦੀ एनर्जी स्टेट ਦੇ ਵਿੱਚ डिफरेंस, तो एक्टिवेशन एनर्जी की हुई ये वाली एक्टिवेशन एनर्जी हुई, एंड दिस इज द एनर्जी डिफरेंस ਜਿਹੜਾ रिलीज ਹੋਇਆ रिएक्शन ਦੇ ਅੰਦਰ। और है एनर्जी डिफरेंस ਜਿਹੜਾ रिक्वायर ਹੁੰਦਾ रिएक्शन ਨੂੰ प्रोसीड फॉरवर्ड डायरेक्शन प्रोसीड करवाने ਲਈ। ਹੁਣ ਆ ਜਾਏਗਾ नेचर ऑफ एंजाइम्स। ईच एंजाइम has a substrate binding sites in its molecule so that the highly reactive enzyme substrate complex is formed, is produced। की है एंजाइम है, सबस्ट्रेट है ते एंजाइम सबस्ट्रेट कॉम्प्लेक्स ਹੁੰਦਾ ਹੈ ਜਿਹੜਾ ਹਾਈਲੀ ਰਿਐਕਟਿਵ ਹੁੰਦਾ ਤੇ ਹਾਈ એનર્ਜੀ ਲੈਵਲ ਤੇ ਹੁੰਦਾ ਹੈ, ਠੀਕ ਹੈ। तो ਉਹਦੇ ਅੰਦਰ ਇੱਕ ਬਾਈਂਡਿੰਗ ਸਾਈਟ ਹੁੰਦੀ ਹੈ ਇਹ ਹਾਈਲੀ ਰਿਐਕਟਿਵ ਐਂਜ਼ਾਈਮ सबस्ट्रेट कॉम्प्लेक्स ਨੂੰ ਬਣਾਉਣ ਲਈ। दिस कॉम्प्लेक्स इज शॉर्ट लिव्ड क्यों? क्योंकि हाई एनर्जी है ते अनस्टेबल ते डिसोसिएट करके प्रोडक्ट्स बन जाते ते अनचेंज्ड एंजाइम। हुण ये वर्ड इंपॉर्टेंट है कि एंजाइम हुंदा वो अनचेंज्ड एंजाइम हुंदा विद इंटरमीडिएट फॉर्मेशन ऑफ एंजाइम प्रोडक्ट कॉम्प्लेक्स। एंजाइम प्रोडक्ट कॉम्प्लेक्स भी बनता है। हुण आपां देख सकते हैं कि सब तो पहला ਕਿਵੇਂ ਫਾਰਮੇਸ਼ਨ ਹੁੰਦੀ ਹੈ। ਫਾਰਮੇਸ਼ਨ ਆਫ ਐਂਜ਼ਾਈਮ ਸਬਸਟ੍ਰੇਟ ਕੰਪਲੈਕਸ ਇਜ਼ ਐਸੈਂਸ਼ੀਅਲ ਫॉर ਕੈਟਾਲਿਸਿਸ। ਕੈਟਾਲਿਸਿਸ ਕਿਵੇਂ ਹੋਏਗਾ? ਜਦ ਐਂਜ਼ਾਈਮ ਤੇ ਸਬਸਟ੍ਰੇਟ ਨਾਲ ਆ ਕੇ ਜੁੜਨਗੇ ਜਾਂ ਫਿਰ ਐਂਜ਼ਾਈਮ ਸਬਸਟ੍ਰੇਟ ਦੇ ਅੰਦਰ ਕੁਝ ਚੇਂजेस ਲਿਆ ਪਾ ਰਿਹਾ
ਤਾਂ ਇਹ ਕਰਕੇ ਤਾਂ ਕੈਟਾਲਿਸਿਸ ਹੋਏਗਾ, ਇਸ ਕਰਕੇ ਐਂਜ਼ਾਈਮ ਸਬਸਟ੍ਰੇਟ ਕੰਪਲੈਕਸ ਦਾ ਫਾਰਮੇਸ਼ਨ ਇਜ਼ ਨੈਸੈਸਰੀ। ਹੁਣ ਐਂਜ਼ਾਈਮ ਤੇ ਸਬਸਟ੍ਰੇਟ ਆਏ, ਐਂਜ਼ਾਈਮ ਸਬਸਟ੍ਰੇਟ ਕੰਪਲੈਕਸ ਬਣ ਗਿਆ, ਉਹ ਇੱਕ ਟ੍ਰਾਂਜੀਸ਼ਨ ਸਟੇਟ ਦੇ ਥਰੂ ਜਾਣਗੇ ਤੇ ਐਂਜ਼ਾਈਮ ਪ੍ਰੋਡਕਟ ਕੰਪਲੈਕਸ ਬਣ ਗਿਆ, ਫਿਰ ਉਹ ਬ੍ਰੇਕ ਡਾਊਨ ਹੋ ਜਾਣਗੇ ਤੇ ਐਂਜ਼ਾਈਮ ਤੇ ਪ੍ਰੋਡਕਟ ਬਣੇਗਾ ਤੇ ਅਨਚੇਂਜਡ ਐਂਜ਼ਾਈਮ ਰਹੇਗਾ। The catalytic cycle of an enzyme action can be described in the following steps. ਹੁਣ ਕਿਸ ਸਟੈਪ ਚ ਉਹਦੀ ਐਕਸ਼ਨ ਨੂੰ ਆਪਾਂ ਡਿਸਕ੍ਰਾਈਬ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਫਰਸਟ, ਜਿਹੜਾ ਸਬਸਟ੍ਰੇਟ ਹੈ, ਇਟ ਬਾਈਂਡਸ ਟੂ ਦ ਐਕਟਿਵ ਸਾਈਟ ਆਫ ਦ ਐਂਜ਼ਾਈਮ। ਸਬਸਟ੍ਰੇਟ binds to the active site of the enzyme, fitting into the active site। ਉਹਨੂੰ bind ਕਰੇਗਾ active site ਨਾਲ ਤੇ ਉਹਦੇ ਅੰਦਰ ਫਿਟ ਹੋ ਜਾਏਗਾ, ਠੀਕ ਹੈ। ਫਿਰ ਆਏਗਾ the binding of the substrate induces the enzyme to alter its shape। ਜਿਹੜਾ substrate bind ਕਰ ਗਿਆ, ਹੁਣ ਉਹ enzyme ਦੇ ਅੰਦਰ induce ਕਰਦਾ ਹੈ ਕਿ ਉਹਦੀ shape ਨੂੰ change ਕਰੇ ਜਾਂ ਫਿਰ fitting more tightly around the substrate, ਤਾकि ਪ੍ਰੋਪਰ ਅਟੈਚਮੈਂਟ ਹੋ ਜਾਏ, ਉਹਦੀ ਬੌਂਡ ਫਾਰਮੇਸ਼ਨ ਹੋ ਜਾਏ ਜਾਂ ਫਿਰ ਬਾਈਂਡ ਹੋ ਜਾਏ। ਹੁਣ ਜਿਹੜਾ ਐਕਟਿਵ ਸਾਈਟ ਆਫ ਐਂਜ਼ਾਈਮ ਹੈ, ਇਜ਼ ਨਾਓ ਇਨ ਕਲੋਜ਼ ਪ੍ਰੋਕਸੀਮਿਟੀ ਆਫ ਦੀ ਸਬਸਟ੍ਰੇਟ। ਐਕਟਿਵ ਸਾਈਟ ਹੈ, ਇਟ ਇਜ਼ ਇਨ ਦੀ ਕਲੋਜ਼ ਪ੍ਰੋਕਸੀਮਿਟੀ ਆਫ ਦੀ ਸਬਸਟ੍ਰੇਟ। ਹੁਣ ਇਹਦੇ ਕੈਮੀਕਲ ਬੌਂਡਸ ਨੂੰ ਬ੍ਰੇਕ ਕਰੇਗਾ ਸਬਸਟ੍ਰੇਟ ਦੇ, ਐਂਡ ਅ ਨਿਊ ਐਂਜ਼ਾਈਮ ਪ੍ਰੋਡਕਟ ਕੰਪਲੈਕਸ ਇਜ਼ ਫਾਰਮਡ। ਨਿਊ ਐਂਜ਼ਾਈਮ ਪ੍ਰੋਡਕਟ ਕੰਪਲੈਕਸ ਬਣ ਜਾਂਦਾ, ਠੀਕ ਹੈ। ਹੁਣ ਜਿਹੜਾ enzyme product complex ਹੈ, the enzyme releases the products of the reaction and the free enzyme is ready to bind to another molecule of the substrate। ਹੁਣ ਜਿਹੜਾ ਉਹਨੇ products ਬਣਾਤੇ, enzyme product complex ਬਣ ਗਿਆ ਉਰੇ, ਠੀਕ ਹੈ। enzyme product complex ਬਣਨ ਨਾਲ new enzyme product complex, ਤਾਂ ਉਹਨੇ releases the products of the reaction, ਤਾਂ ਹੁਣ enzyme free ਹੋ ਗਿਆ another molecule ਨਾਲ bind ਕਰਨ ਲਈ, another molecule of substrate, and runs through the catalytic cycle once again। ਜਿਹੜਾ ਆਪਾਂ ਸਾਈਕਲ ਪੜਿਆ ਉਹਦੇ ਥਰੂ ਹੀ once again ਟਰੈਵਲ ਕਰੇਗਾ, ਸੇਮ ਸਟੈਪਸ ਹੋਣਗੇ ਤੇ ਆਪਾਂ ਨੂੰ ਪ੍ਰੋਡਕਟ ਮਿਲ ਜਾਣਗੇ। ਤਾਂ ਅੱਜ ਦੇ ਲੈਕਚਰ ਲਈ ਇੰਨਾ ਹੀ। ਨੈਕਸਟ ਟਾਈਮ ਆਪਾਂ ਕੰਟੀਨਿਊ ਕਰਾਂਗੇ ਕਿ ਇਫੈਕਟ ਕਰਦੇ ਨੇ ਉਹਦੀ ਐਕਟੀਵਿਟੀ ਨੂੰ, ਫਿਰ एंजाइम्स ਦਾ ਜਾਂ ਫਿਰ ਕੋਫੈਕਟਰਸ ਕੀ ਹੈ, ਤੇ ਕੁਝ ਕੁਐਸਚਨਸ ਦੇਖਾਂਗੇ ਐਨਸੀਈਆਰਟੀ ਦੇ ਬੈਕ ਤੋਂ। So thank you everyone, happy learning and continue practicing for your exam।